तो मैं भाई साहब का मर्यादा च रह के, क्योंकि हुण कीर्तन ਕੰਨ ਰਸ ਬਣਦਾ ਜਾ ਰਿਹਾ ਹੈ। ਇਹ ਕੰਨਾਂ ਰਾਹੀਂ ਅੰਦਰ ਜਾਣ ਵਾਲੀ ਇੱਕ ਜਿਹੜੀ ਮਹਾਨ ਪਵਿੱਤਰ ਵਸਤੂ ਹੈ। ਗੁਰੂ ਸਾਹਿਬ ਨੇ ਬਾਣੀ 'ਚ ਫਰਮਾਇਆ ਹੈ, ਇੱਕ ਸਵਾਲ ਹੋਇਆ ਵੀ ਕਲਯੁਗ ਵਿੱਚ ਸਭ ਤੋਂ ਪੁੰਨ ਕਾਰਜ ਕਿਹੜਾ ਹੈ, ਕਾਰਜ ਸਵਾਬ ਕਿਹੜਾ ਹੈ, ਪੁण्य ਕਾਰਜ ਕਿਆ ਕੌਣ ਸਾ ਹੈ। ਤੋ ਆਪਾਂ ਰੋਜ਼ ਪੜ੍ਹਦੇ ਹਾਂ ਪਰ ਵਿਚਾਰ ਨਹੀਂ ਕਰਦੇ। ਜਦੋਂ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ ਉਹਦੇ 'ਚ ਤੁਕ ਆਉਂਦੀ ਹੈ, ਕਲ ਮੈਂ ਇਹੋ ਪੁੰਨ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕੀਰਤਨ ਜਿਹੜਾ ਹੈ, ਕੀਰਤਨ ਕਰਨਾ ਅਤੇ ਕੀਰਤਨ ਸੁਣਨਾ ਇੱਕ ਮਨ ਇੱਕ ਚਿੱਤ ਹੋ ਕੇ, ਇਹ ਸਭ ਤੋਂ ਵੱਡਾ ਸ੍ਰੇਸ਼ਟ ਕਰਮ ਹੈ। ਜਿੱਥੇ ਕੀਰਤਨ ਦੀ ਪ੍ਰਧਾਨਤਾ ਉੱਥੇ ਕਥਾ ਦਾ ਬਹੁਤ ਵੱਡਾ ਮਹੱਤਵ ਹੈ। ਤੋ ਕਥਾ ਗੁਰਬਾਣੀ ਦੀ ਵਿਚਾਰ ਜਿੰਨਾ ਚਿਰ ਆਪਾਂ ਨਾ ਸਰਵਣ ਕਰਾਂਗੇ, ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ। ਅੱਜ ਸਾਰਾ ਸੰਸਾਰ ਰੋਗੀ ਹੈ। ਸਾਡੇ ਕੋਲ ਪੰਥ ਦੇ ਬਹੁਤ ਹੀ ਮਾਇਆ ਨਾਜ਼ ਪ੍ਰਸਿੱਧ ਖੋਜੀ ਅਤੇ ਗੈਰ ਗੰਭੀਰ ਵਿਚਾਰਵਾਨ ਚਿੰਤਕ ਕਥਾਵਾਚਕ ਵਿਦਵਾਨ ਸਤਿਕਾਰਯੋਗ ਮੇਰੇ ਵੀਰ ਭਾਈ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਜੀ ਹਜ਼ੂਰੀ ਕਥਾਵਾਚਕ, ਜਿਨ੍ਹਾਂ ਨੂੰ ਆਪਾਂ ਸਾਡਾ ਜੋ ਮੱਕਾ ਕਾਬਾ ਹੈ ਸਿੱਖਾਂ ਦਾ, ਸੱਚਖੰਡ ਜੀ ਹਰਿਮੰਦਰ ਸਾਹਿਬ, ਉੱਥੇ ਅਕਸਰ ਮੰਜੀ ਸਾਹਿਬ ਦੀਵਾਨ ਹਾਲ ਤੋਂ ਕਥਾ ਸਰਵਣ ਕਰਦੇ ਹਾਂ ਇਹਨਾਂ ਤੋਂ। ਤੋ ਅੱਜ ਸਾਡੀ ਖੁਸ਼ਨਸੀਬੀ ਹੈ, ਸਾਡੇ ਦਰਮਿਆਨ ਗੁਰੂ ਸਨਮੁਖ ਸਟੇਜ 'ਤੇ ਸੁਭਾਇਮਾਨ ਨੇ। ਆਪ ਜੀ ਠੀਕ 30 ਮਿੰਟਾਂ ਲਈ ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਆਪ ਜੀ ਨੂੰ ਸਰਵਣ ਕਰਾਉਣਗੇ। ਮੈਂ ਭਾਈ ਸਾਹਿਬ ਦਾ ਇਸਤਕਬਾਲ ਕਰਦਾ, ਇੱਕ ਜਕਾਰਾ ਛੱਡਦਾ, ਬੋਲੇ ਸੋ ਨਿਹਾਲ। ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਮਾਨ ਮੋਹ ਅਰ ਲੋਭ ਵਿਕਾਰਾ, ਬੀਓ ਚੀਤ ਨਾ ਘਾਲਿਓ। ਨਾਮ ਰਤਨ ਗੁਣਾ ਹਰ ਵਣਜੇ, ਲਾਦ ਵਖਰ ਲੈ ਚਾਲਿਓ। ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁਖ ਨਹੀਂ ਮੋਰਿਓ। ਸਹਿਜ ਆਨੰਦ ਰਖਿਓ ਗ੍ਰਹਿ ਭੀਤਰ, ਉਠ ਉਵਾਹੂ ਕਉ ਦੌਰਿਓ। ਆਗਿਆ ਮਹਿ ਭੂਖ, ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ। ਜੋ ਜੋ ਹੁਕਮ ਪਾਇਓ ਸਾਹਿਬ ਕਾ, ਸੋ ਮਾਥੈ ਲੈ ਮਾਨਿਓ। ਪਾਇਓ ਕਿਰਪਾਲ ਠਾਕੁਰ ਸੇਵਕ ਕਉ, ਸਵਰੇ ਹਲਤ ਪਲਾਤਾ। ਧਨ ਸੇਵਕ ਸਫਲ ਓਹ ਆਇਆ, ਜਨ ਨਾਨਕ ਖਸਮ ਪਛਾਤਾ। ਸਤਿਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਦਾਨ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ।
ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਹਜ਼ੂਰੀ ਵਿੱਚ ਸੁਭਾਏਮਾਨ। ਗੁਰੂ ਕੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਗੁਰ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਪ੍ਰੇਮ ਸਹਿਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਕੀ ਸਾਜੀ ਹੋਈ ਇਸ ਸ੍ਰਿਸ਼ਟੀ ਦੇ ਵਿੱਚ ਉਸ ਪਰਮਾਤਮਾ ਦੇ ਹੁਕਮ ਨਾਲ ਆਦਿ ਕਾਲ ਤੋਂ ਹੀ ਹਰ ਰੋਜ਼ ਅਨੇਕਾਂ ਜੀਵ ਜਨਮ ਲੈ ਕੇ ਆਉਂਦੇ ਨੇ, ਅਨੇਕਾਂ ਮਰ ਕੇ ਜਾਂਦੇ ਨੇ, ਗਿਣਤੀ ਕੋਈ ਨਹੀਂ। ਇੱਕ ਇੱਕ ਪਰਿਵਾਰ ਵੱਲ ਹੀ ਜੇ ਨਿਗਾਹ ਮਾਰ ਲਈ ਜਾਵੇ ਤਾਂ ਅਸੀਂ ਆਪਣੇ ਇੱਕ ਪਰਿਵਾਰ ਦੀ ਜਿਹੜੀ ਪਿਛਲੀ ਕੁਲ ਹੈ ਉਹਦਾ ਹੀ ਕੋਈ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਸਾਡੀ ਕੁਲ ਵਿੱਚ ਪਿੱਛੇ ਕਿੰਨੇ ਕੁ ਵਡੇਰੇ ਸਾਡੇ ਹੋ ਗੁਜ਼ਰੇ ਨੇ। ਕੁੱਲ ਸੰਸਾਰ ਦੀ ਤਾਂ ਗੱਲ ਦੂਰ ਰਹਿ ਗਈ। ਮਨੁੱਖ ਆਉਂਦਾ ਹੈ ਵਾਹਿਗੁਰੂ ਵੱਲੋਂ ਬਖਸ਼ਿਸ਼ ਕੀਤੀ ਸਵਾਸਾਂ ਦੀ ਪੂੰਜੀ ਨੂੰ ਲੈ ਕੇ, ਆਪਣੀ ਸਮਝ ਆਪਣੀ ਸੋਚ ਮੁਤਾਬਕ ਜ਼ਿੰਦਗੀ ਜਿਉਂਦਾ ਹੈ, ਤੇ ਜਦ ਉਹ ਸਵਾਸਾਂ ਦੀ ਗਿਣਤੀ ਖਤਮ ਹੁੰਦੀ ਹੈ ਤਾਂ ਉਸ ਵਕਤ ਇਸ ਦੁਨੀਆ ਤੋਂ ਚਲਿਆ ਜਾਂਦਾ ਹੈ। ਜੀਵ ਕਲਾ ਜੋ ਸਰੀਰ ਵਿੱਚ ਪ੍ਰਵੇਸ਼ ਹੋਈ ਸੀ, ਜਨਮ ਲਿਆ, ਉਹ ਜੀਵ ਕਲਾ ਜਿਸ ਨੂੰ ਆਪਾਂ ਆਤਮ ਸੱਤਾ ਆਖਦੇ ਹਾਂ, ਜੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਜੋਤ ਹੈ, ਉਹ ਇਸ ਸਰੀਰ ਵਿੱਚੋਂ ਨਿਕਲ ਗਈ। ਸਰੀਰ ਮਿੱਟੀ ਦੀ ਢੇਰੀ ਹੋ ਗਿਆ, ਆਪਾਂ ਕਹਿੰਦੇ ਮਨੁੱਖ ਮਰ ਗਿਆ। ਇਉਂ ਅਨੇਕਾਂ ਜੰਮਦੇ ਨੇ, ਅਨੇਕਾਂ ਮਰਦੇ ਨੇ, ਪਰ ਅਧਿਆਤਮਕ ਤੌਰ ਤੇ ਜਾਂ ਸੰਸਾਰਕ ਤੌਰ ਤੇ ਕਿਸੇ ਗਿਣਤੀ ਵਿੱਚ ਨਹੀਂ ਰਹਿ ਜਾਂਦੇ। ਆਇਆ ਗਿਆ ਮੋਇਆ ਨਾਉ। ਆਇਆ ਜੀਵ ਦੁਨੀਆ ਤੇ, ਮਰ ਕੇ ਚਲਾ ਗਿਆ, ਤੇ ਅਕਾਲ ਪੁਰਖ ਦੇ ਨਾਮ ਵੱਲੋਂ ਬੇਮੁਖ ਰਹਿਣ ਕਰਕੇ ਕੁਝ ਸਮੇਂ ਬਾਅਦ ਉਹਦਾ ਨਾਮ ਵੀ ਮਰ ਗਿਆ, ਕੋਈ ਨਹੀਂ ਜਾਣਦਾ। ਅਸੀਂ ਆਪਣੇ ਪਿਤਾ ਦਾ ਨਾਮ ਜਾਣਦੇ ਹਾਂ, ਦਾਦੇ ਦਾ ਜਾਣਦੇ ਹਾਂ, ਪੜਦਾਦੇ ਦਾ ਜਾਣਦੇ ਹੋਵਾਂਗੇ। ਉਹਦੇ ਤੋਂ ਪਿੱਛੋਂ ਸਾਡੇ ਵੱਡੇ ਵਡੇਰਿਆਂ ਦੇ ਕੀ ਨਾਮ ਸਨ ਇਹ ਆਪਾਂ ਨੂੰ ਪਤਾ ਨਹੀਂ। ਮਿਟ ਜਾਂਦਾ ਹੈ ਨਾਮ, ਖੁਦ ਆਪਣੇ ਪਰਿਵਾਰ ਨੂੰ ਵੀ ਚੇਤੇ ਨਹੀਂ ਰਹਿੰਦਾ। ਪਰ ਕੁਝ ਐਸੀਆਂ ਹਸਤੀਆਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਮੁਤਾਬਕ ਸੰਸਾਰ ਤੇ ਆਉਂਦੀਆਂ ਨੇ, ਜਿਨ੍ਹਾਂ ਦੇ ਜਾਣ ਨੂੰ ਵੀ ਭਾਵੇਂ ਸਦੀਆਂ ਬੀਤ ਜਾਣ, ਪਰ ਕੁੱਲ ਸੰਸਾਰ ਨੂੰ ਉਹਨਾਂ ਦਾ ਨਾਮ ਚੇਤੇ ਰਹਿੰਦਾ, ਉਹ ਯਾਦ ਰਹਿੰਦੇ ਨੇ। ਐਸੇ ਜਨ ਵਿਰਲੇ ਸੰਸਾਰ ਹੈ, ਵਿਰਲੇ ਵਿਰਲੇ ਹੁੰਦੇ ਨੇ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਕੀ ਅੰਮ੍ਰਿਤ ਰੂਪ ਗੁਰਬਾਣੀ ਗੌੜੀ ਰਾਗ ਵਿੱਚ 52 ਅੱਖਰੀ, ਉਸ ਵਿੱਚ ਸਤਿਗੁਰੂ ਮਹਾਰਾਜ ਜੀ ਇਹ ਸੁੰਦਰ ਬਚਨ ਉਚਾਰਨ ਕਰਦੇ ਹਨ। ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਆਉਣ ਮਾਤਰ ਨੂੰ ਤਾਂ ਸਾਰੇ ਜਨਮ ਲੈ ਕੇ ਆ ਹੀ ਰਹੇ ਨੇ। ਆਮਨ ਆਏ ਸ੍ਰਿਸ਼ਟ ਮਹਿ, ਬਿਨ ਬੂਝੇ ਪਸ ਢੋਰ, ਇਹੀ ਹਾਲਤ ਹੈ। ਪਰ ਉਹਦਾ ਆਇਆ ਹੀ ਸੰਸਾਰ ਦੇ ਵਿੱਚ ਸਫਲ ਗਿਣਿਆ ਜਾਂਦਾ ਹੈ ਜਿਸ ਦੀ ਰਸਨਾ ਹਰ ਵਕਤ ਅਕਾਲ ਪੁਰਖ ਵਾਹਿਗੁਰੂ ਦਾ ਜਸ ਉਚਾਰਨ ਕਰਦੀ ਹੈ, ਉਸ ਵਾਹਿਗੁਰੂ ਦਾ ਨਾਮ ਜਪਦੀ ਹੈ। ਜੇ ਇਸ ਗੱਲ ਨੂੰ ਆਪਾਂ ਸਧਾਰਨ ਤਰੀਕੇ ਨਾਲ ਸਮਝਣਾ ਹੋਵੇ ਤਾਂ ਇਉਂ ਜਾਣੀਏ ਕਿ ਆਪਣੇ ਘਰ ਤੋਂ ਕਿਤੇ ਦੂਰ ਦੁਰੇਡੇ ਕਿਸੇ ਕੰਮ ਵਾਸਤੇ ਆਪਾਂ ਨੂੰ ਜਾਣਾ ਪੈ ਰਿਹਾ ਹੈ, ਕੋਈ ਸਫ਼ਰ ਦਾ ਸਾਧਨ ਅਪਣਾਉਂਦੇ ਆ, ਸਫ਼ਰ ਦੀ ਖੇਚਲ ਵੀ ਹੋਈ, ਥਕਾਵਟ ਵੀ ਹੋਈ, ਸਮਾਂ ਵੀ ਲੱਗਾ, ਖਰਚ ਵੀ ਹੋਇਆ, ਤੇ ਅਗਲੇ ਥਾਂ ਪਹੁੰਚ ਕੇ ਜੇ ਸਾਡਾ ਕੰਮ ਸਿਰੇ ਨਾ ਚੜਿਆ, ਜਿਹੜੇ ਕੰਮ ਗਏ ਆ ਉਹ ਕੰਮ ਨਾ ਬਣਿਆ, ਤਾਂ ਅਸੀਂ ਨਿਰਾਸ਼ ਹੁੰਦੇ ਆ, ਮਨ ਵਿੱਚ ਝੂਰਦੇ ਆ ਕਿ ਇੰਨਾ ਖਰਚ ਵੀ ਕੀਤਾ, ਇੰਨੀ ਖੇਚਲਾ ਵੀ ਝੱਲੀ, ਟਾਈਮ ਵੀ ਭੰਨਿਆ, ਪਰ ਗੱਲ ਨਹੀਂ ਬਣੀ, ਕੰਮ ਨਹੀਂ ਪੂਰਾ ਹੋਇਆ। ਤੇ ਜੇ ਕਿਤੇ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਕੰਮ ਸਿਰੇ ਚੜ ਜਾਵੇ, ਜਿਹੜੇ ਕੰਮ ਗਏ ਆ ਉਹ ਕੰਮ ਸੰਪੂਰਨ ਹੋ ਜਾਵੇ,
ਤਾਂ ਚਿੱਤ ਨੂੰ ਖੁਸ਼ੀ ਹੁੰਦੀ ਹੈ, ਤਸੱਲੀ ਹੁੰਦੀ ਹੈ। ਖਰਚ ਵੀ ਭੁੱਲ ਗਿਆ, ਝੱਲੀ ਹੋਈ ਸਰੀਰਕ ਖੇਚਲ ਵੀ ਭੁੱਲ ਗਈ। ਖੁਸ਼ੀ ਹੈ ਕਿ ਜਿਹੜਾ ਸਾਡਾ ਉਹ ਜਾਣਾ ਸੀ ਜਾਂ ਆਉਣਾ ਸੀ ਉਹ ਸਫਲਾ ਹੋ ਗਿਆ। ਸਾਡਾ ਮਨੁੱਖੀ ਜੀਵਨ ਇੱਕ ਸਫ਼ਰ ਹੈ ਤੇ ਇਸ ਸਫ਼ਰ ਦੀ ਮੰਜ਼ਿਲ ਕੀ ਹੈ ਉਹ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਮਨੁੱਖਾ ਸਰੀਰ ਸਾਨੂੰ 84 ਦੇ ਗੇੜੇ ਵਿੱਚੋਂ ਨਿਕਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਣ ਵਾਸਤੇ, ਉਸ ਦੀ ਪ੍ਰਾਪਤੀ ਕਰਨ ਵਾਸਤੇ ਮਿਲਿਆ ਹੈ। ਇਹ ਮਕਸਦ ਹੈ ਸਾਡੇ ਜੀਵਨ ਦੇ ਸਫ਼ਰ ਦਾ। ਜੇ ਇਹ ਮਕਸਦ ਪੂਰਾ ਨਾ ਹੋਇਆ ਤਾਂ ਪੱਲੇ ਨਿਰਾਸ਼ਤਾ ਹੈ। ਤੇ ਫਿਰ ਇਸੇ ਪ੍ਰਕਾਰ ਜਿੰਨਾ ਚਿਰ ਗੱਲ ਨਾ ਬਣੇ ਸਾਨੂੰ ਵਾਰ-ਵਾਰ ਕੰਮ ਲਈ ਗੇੜੇ ਮਾਰਨੇ ਪੈਂਦੇ ਨੇ ਨਾ, ਇਸੇ ਤਰ੍ਹਾਂ ਜਿੰਨਾ ਚਿਰ ਆਤਮਾ ਦਾ ਪ੍ਰਮਾਤਮਾ ਨਾਲ ਮਿਲਾਪ ਨਹੀਂ, ਓਨਾ ਚਿਰ ਦੁਨੀਆ ਤੇ ਵਾਰ-ਵਾਰ ਆਉਣ ਜਾਣ ਹੈ। ਕਦੇ ਕਿਸੇ ਜੂਨ ਵਿੱਚ, ਕਦੇ ਕਿਸੇ ਜੂਨ ਵਿੱਚ। ਪਰ ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਪੂਰਨ ਗੁਰੂ ਦਾ ਆਸਰਾ ਮਿਲ ਜਾਵੇ, ਬਖਸ਼ਿਸ਼ ਪ੍ਰਾਪਤ ਹੋ ਜਾਵੇ ਤੇ ਜੀਵ ਵਾਹਿਗੁਰੂ ਦੇ ਨਾਮ ਵਿੱਚ ਜੁੜ ਜਾਵੇ। ਨਾਮ ਜਪਿਓ ਜਬ ਹੀ ਸੁਖ ਸਾਗਰ, ਚੇਤਨ ਚੀਤ ਉਦੋਤ ਸੋ ਹੋਊ। ਨਾਮ ਜਪਣ ਦੇ ਪ੍ਰਭਾਵ ਸਦਕਾ ਉਹ ਵਾਹਿਗੁਰੂ ਹਿਰਦੇ ਵਿੱਚੋਂ ਹੀ ਪ੍ਰਗਟ ਹੋ ਜਾਂਦਾ ਹੈ, ਦਰਸ਼ਨ ਹੋ ਜਾਂਦੇ, ਮਿਲਾਪ ਹੋ ਜਾਂਦਾ ਹੈ। ਇਉਂ ਜੀਵਨ ਸਫਰ ਜਿਹੜਾ ਹੈ ਇਹ ਸਫਲ ਹੋ ਨਿਬੜਦਾ ਹੈ। ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਅੱਗੇ ਸਤਿਗੁਰੂ ਜੀ ਬਚਨ ਕਰਦੇ ਨੇ, ਆਏ ਬਸਹਿ ਸਾਧੂ ਕੈ ਸੰਗੇ, ਆਨੰਦਿਨ ਨਾਮ ਤੇ ਆਵਹਿ ਰੰਗੇ। ਉਹਦਾ ਆਉਣਾ ਸਫਲਾ ਹੈ ਮਨੁੱਖਾ ਜੀਵਨ ਵਿੱਚ ਜਿਹੜਾ ਸਾਧ ਸੰਗਤ ਵਿੱਚ ਆ ਕੇ ਵਸਦਾ ਹੈ, ਗੁਰੂ ਕੀ ਸੰਗਤ ਕਰਦਾ ਹੈ, ਪ੍ਰਭੂ ਦੇ ਪਿਆਰਿਆਂ ਦੀ ਸੰਗਤ ਕਰਦਾ ਹੈ ਔਰ ਇਸ ਪ੍ਰਕਾਰ ਰੰਗੇ ਆਨੰਦ ਨਾਲ, ਰੰਗੇ ਪ੍ਰੇਮ ਦੇ ਨਾਲ ਇੱਕ ਰਸ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ। ਤੇ ਨਾਲ ਸਤਿਗੁਰਾਂ ਇਹ ਵੀ ਬਚਨ ਕੀਤੇ ਕਿ ਇਹ ਕਰਮ ਹਰ ਕੋਈ ਨਹੀਂ ਕਰ ਸਕਦਾ, ਹਰ ਕਿਸੇ ਦੇ ਭਾਗਾਂ ਵਿੱਚ ਨਹੀਂ। ਆਵਤ ਸੋ ਜਨ ਨਾਮਹਿ ਰਾਤਾ, ਜਾ ਕਉ ਦਇਆ ਮਇਆ ਬਿਦਾਤਾ। ਇਸ ਸੰਸਾਰ ਤੇ ਆ ਕੇ ਵਾਹਿਗੁਰੂ ਦੇ ਨਾਮ ਦੀ ਰੰਗਣ ਵਿੱਚ ਉਹ ਰੰਗਿਆ ਜਾਂਦਾ ਹੈ ਜਿਸ ਉੱਪਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਵੇ, ਜਿਹਦੇ ਤੇ ਉਹ ਪ੍ਰਮਾਤਮਾ ਤਰਸ ਕਰੇ, ਆਪਣੀ ਮਿਹਰ ਕਰੇ। ਤੇ ਉਸ ਗੁਰਮੁਖ ਪਿਆਰੇ ਦੀ ਫਿਰ ਜੀਵਨ ਦੀ ਪ੍ਰਾਪਤੀ ਹੈ ਕਿ ਇੱਕ ਹੈ ਆਵਨ ਫਿਰ ਜੋਨ ਨਾ ਆਇਆ। ਇੱਕ ਵਾਰ ਤਾਂ ਸਰੀਰ ਧਾਰਨ ਕਰਕੇ ਆਉਣਾ ਹੋਇਆ, ਉਸ ਦਾ ਜਨਮ ਲੈ ਕੇ ਆਇਆ ਹੈ। ਵਾਰ-ਵਾਰ ਫਿਰ ਉਹ ਜੂਨਾਂ ਵਿੱਚ ਨਹੀਂ ਪਿਆ। ਕਿੱਥੇ ਚਲਾ ਗਿਆ ਜੀ? ਨਾਨਕ ਹਰਿ ਕੈ ਦਰਸ ਸਮਾਇਆ, ਵਾਹਿਗੁਰੂ ਦੇ ਦਰਸ਼ਨਾਂ ਦੇ ਵਿੱਚ ਹੀ ਸਮਾ ਗਿਆ। ਲਾਲਸਾ ਸੀ ਦਰਸ਼ਨਾਂ ਦੀ, ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ, ਹਉ ਕਿਉ ਪਾਵਾ ਪ੍ਰਭ ਤੋਹਿ। ਦਰਸ਼ਨ ਕਉ ਲੋਚਾ ਸਭ ਕੋਈ, ਲਾਲਸਾ ਦਰਸ਼ਨਾਂ ਦੀ ਸੀ। ਪਰ ਜਦੋਂ ਵਾਹਿਗੁਰੂ ਦਾ ਸਿਮਰਨ ਕੀਤਾ, ਬੰਦਗੀ ਕੀਤੀ, ਭਗਤੀ ਕੀਤੀ, ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਕਿ ਦਰਸ਼ਨਾਂ ਤੋਂ ਵੀ ਵੱਧ ਜਿਹੜਾ ਸੀ ਉਹ ਵਾਹਿਗੁਰੂ ਨੇ ਸੁਭਾਗ ਬਖਸ਼ਿਸ਼ ਕਰ ਦਿੱਤਾ। ਦਰਸ਼ਨ ਛੋੜ ਭਏ ਸਮਦਰਸੀ, ਏਕੋ ਨਾਮ ਧਿਆਵਹਿ। ਸਮਦਰਸੀ ਹੋ ਗਏ, ਵਾਹਿਗੁਰੂ ਦੇ ਦਰਸ਼ਨਾਂ ਦੇ ਵਿੱਚ ਹੀ ਸਮਾ ਗਏ, ਉਸ ਦੇ ਵਿੱਚ ਅਭੇਦ ਹੀ ਹੋ ਗਏ। ਐਸੇ ਸੰਤ ਪਿਆਰੇ ਸੰਸਾਰ ਤੇ ਸਮੇਂ-ਸਮੇਂ ਵਾਹਿਗੁਰੂ ਭੇਜਦਾ, ਉਹ ਆਉਂਦੇ ਨੇ। ਵਿਦਵਾਨ ਜਨਾਂ ਦਾ ਇੱਕ ਬੜਾ ਸੁੰਦਰ ਬਚਨ ਹੈ, ਤਰਵਰ ਸਰਵਰ ਸੰਤ ਜਨ ਚੌਥੇ ਬਰਸੈ ਮੇ, ਪਰਮਾਰਥ ਕੇ ਕਾਰਨੇ ਚਾਰੋਂ ਧਾਰਹਿ ਦੇ। ਇੱਕ ਦਰਖਤ, ਇੱਕ ਤਲਾਬ, ਇੱਕ ਮੀਂਹ ਤੇ ਇੱਕ ਸੰਤ, ਇਹ ਪਰ ਉਪਕਾਰ ਵਾਸਤੇ ਆਪਣਾ ਰੂਪ ਧਾਰਨ ਕਰਦੇ ਨੇ। ਇਹਨਾਂ ਦੀ ਹੋਂਦ, ਇਹਨਾਂ ਦਾ ਵਜੂਦ ਪਰ ਉਪਕਾਰ ਵਾਸਤੇ ਹੈ। ਦਰਖਤ ਦੀ ਜ਼ਿੰਦਗੀ ਆਪਾਂ ਜਾਣਦੇ ਹਾਂ, ਦਰਖਤ ਆਪਣੀ ਛਾਂ ਦਾ ਆਨੰਦ ਆਪ ਨਹੀਂ ਮਾਣਦਾ, ਦਰਖਤ ਆਪਣਾ ਫਲ ਆਪ ਨਹੀਂ ਖਾਂਦਾ। ਉਹ ਸਾਡੇ ਵਾਸਤੇ ਹੈ, ਮਨੁੱਖਾਂ ਵਾਸਤੇ ਹੈ, ਹੋਰਨਾਂ ਵਾਸਤੇ ਹੈ। ਤਲਾਬ ਵਿੱਚ ਪਾਣੀ ਭਰਿਆ ਹੋਇਆ ਹੈ, ਉਸ ਤਲਾਬ ਨੂੰ ਆਪਣਾ ਪਾਣੀ ਆਪ ਪੀਣ ਦੀ ਜ਼ਰੂਰਤ ਨਹੀਂ। ਉਹਨੇ ਪਾਣੀ ਦਾ ਭੰਡਾਰ ਜੀਵਾਂ ਵਾਸਤੇ, ਦੂਜਿਆਂ ਲਈ ਸਾਂਭ ਕੇ ਰੱਖਿਆ ਕਿ ਮਨੁੱਖ ਕੀ, ਪਸ਼ੂ ਕੀ, ਪੰਛੀ
ਇਉਂ ਦੂਸਰਿਆਂ ਵਾਸਤੇ ਉਸ ਦਾ ਜੀਵਨ ਹੈ। ਇਸੇ ਪ੍ਰਕਾਰ ਬੱਦਲਾਂ ਤੋਂ ਮੀਂਹ ਪੈਂਦਾ, ਵਰਖਾ ਹੁੰਦੀ ਹੈ। ਬੱਦਲਾਂ ਨੇ ਪਾਣੀ ਸੰਭਾਲਿਆ ਹੈ, ਪਰ ਉਹ ਆਪਣੇ ਵਰਤਣ ਵਾਸਤੇ ਨਹੀਂ, ਉਹ ਸੰਸਾਰ ਨੂੰ ਸਰਸਬਜ਼ ਕਰਨ ਵਾਸਤੇ। ਔੜ ਲੱਗ ਜਾਵੇ, ਮੀਂਹ ਨਾ ਪਵੇ, ਕੀ ਹਾਲਤ ਹੁੰਦੀ ਹੈ ਸੰਸਾਰ ਦੀ। ਦੁਨੀਆ ਤੇ ਪਰ ਉਪਕਾਰ ਵਾਸਤੇ ਹੀ ਬੱਦਲਾਂ ਨੇ ਆਪਣਾ ਰੂਪ ਧਾਰਨ ਕੀਤਾ ਹੈ। ਇਸੇ ਤਰ੍ਹਾਂ ਜਿਹੜੇ ਪ੍ਰਮਾਤਮਾ ਦੇ ਸਾਜੇ ਨਿਵਾਜੇ ਸੰਤ ਹਨ, ਮੈਂ ਥੋੜਾ ਜਿਹਾ ਪਹਿਲਾਂ ਇੱਥੇ ਰੁਕ ਜਾਵਾਂ ਕਿ ਗੁਰਮਤ ਅਨੁਸਾਰ ਕਿਸੇ ਨੂੰ ਸੰਤ ਆਖਿਆ ਜਾ ਸਕਦਾ ਹੈ, ਕੋਈ ਹੋ ਸਕਦਾ ਹੈ? ਬੜਾ ਰੌਲਾ ਚੱਲਦਾ ਅੱਜ ਕੱਲ੍ਹ ਜੀ, ਸੰਤ ਕੋਈ ਨਹੀਂ, ਸੰਤ ਸਿਰਫ ਗੁਰੂ ਹੈ। ਤੇ ਇੱਕ ਦੂਸਰਾ ਪੱਖ ਵੀ ਹੈ ਜੋ ਜਣੇ ਖਣੇ ਨੂੰ ਹੀ ਸੰਤ ਕਹੀ ਜਾਂਦਾ ਹੈ। ਕਿਸੇ ਡੇਰੇ ਦੇ ਮੁਖੀ ਬਣ ਗਏ ਤੇ ਨਾਮ ਦੇ ਨਾਲ ਸੰਤ ਅੱਖਰ ਆ ਗਿਆ। ਇਹ ਦੋ ਪੱਖ ਨੇ। ਇੱਕ ਤਾਂ ਬਿਨਾਂ ਮਤਲਬ ਹੀ ਸੰਤ ਕਹੀ ਜਾਣਾ, ਤੇ ਦੂਸਰਾ ਜੀ ਸੰਤ ਹੁੰਦਾ ਹੀ ਕੋਈ ਨਹੀਂ, ਸਿਰਫ ਗੁਰੂ ਹੀ ਸੰਤ ਹੈ। ਪਰ ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋਲੋਂ ਪੁੱਛੀਏ, ਇੱਕ ਹੀ ਸ਼ਲੋਕ ਵਿੱਚ ਦੋਹਾਂ ਪੱਖਾਂ ਦਾ ਹੀ ਜਵਾਬ ਸਤਿਗੁਰੂ ਜੀ ਸਾਨੂੰ ਦੇ ਦਿੰਦੇ ਨੇ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਸੰਤ ਹੈ ਜਿਹਨੂੰ ਸਾਸ ਗੁਰਾਸ ਪ੍ਰਮਾਤਮਾ ਦਾ ਨਾਮ ਨਹੀਂ ਵਿਸਰਦਾ। ਵਾਹਿਗੁਰੂ ਦੇ ਨਾਮ ਮੰਤਰ ਵਿੱਚ ਜੋ ਹਰ ਵਕਤ ਜੁੜਿਆ ਹੋਇਆ ਹੈ, ਜਿਸ ਦੀ ਅਵਸਥਾ ਹੀ ਐਸੀ ਹੈ ਕਿ ਅੱਠੇ ਪਹਿਰ ਇਕ ਤੈ ਲਿਵੈ ਮੰਨੇਨ ਹੁਕਮ ਅਪਾਰ, ਉਹ ਗੁਰਮੁਖ ਪਿਆਰਾ ਸੰਤ ਹੈ। ਹਰ ਕੋਈ ਸੰਤ ਨਹੀਂ, ਕੋਈ ਕਿਸੇ ਦੁਨਿਆਵੀ ਪਦਵੀ ਤੇ ਪਹੁੰਚ ਕੇ ਸੰਤ ਨਹੀਂ, ਕੋਈ ਕਿਸੇ ਸੰਸਥਾ ਦਾ ਮੁਖੀ ਹੋ ਕੇ ਸੰਤ ਨਹੀਂ, ਬਲਕਿ ਸੰਤ ਇੱਕ ਅੰਤਰੀਵ ਅਵਸਥਾ ਹੈ। ਤੇ ਜੇ ਦੂਜੇ ਪਾਸੇ ਕਹੀਏ ਕਿ ਗੁਰੂ ਤੋਂ ਬਿਨਾਂ ਸੰਤ ਹੋਰ ਕੋਈ ਨਹੀਂ, ਇਹ ਵੀ ਗੱਲ ਗਲਤ, ਕਿਉਂਕਿ ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਇਹ ਪਦਵੀ ਸਤਿਗੁਰੂ ਗਰੀਬ ਨਿਵਾਜ ਜੀ ਆਪ ਬਖਸ਼ਿਸ਼ ਕਰਦੇ ਨੇ। ਇਹ ਕਹਿਣਾ ਕਿ ਗੁਰੂ ਹੀ ਸੰਤ ਹੈ, ਹੋਰ ਕੋਈ ਸੰਤ ਨਹੀਂ, ਇਹ ਗੁਰੂ ਕੀ ਮਹਿਮਾ ਨਹੀਂ, ਇਹ ਗੁਰੂ ਕੀ ਵਡਿਆਈ ਨਹੀਂ, ਬਲਕਿ ਇਹ ਗੁਰੂ ਕੀ ਨਿੰਦਾ ਹੈ, ਇਹ ਗੁਰੂ ਕੀ ਅਵੱਗਿਆ ਹੈ, ਇਹ ਗੁਰੂ ਕੀ ਬੇਅਦਬੀ ਹੈ। ਕਿਉਂਕਿ ਗੁਰੂ ਵਿੱਚ ਇਹ ਸਮਰੱਥਾ ਹੈ ਕਿ ਪੂਰਾ ਗੁਰ ਅਖਿਆਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਗੁਰੂ ਕੀ ਨਿਗਾਹ ਦੇ ਵਿੱਚ ਹੀ ਇੰਨਾ ਅਸਰ ਹੈ, ਜੋ ਸਤਿਗੁਰੂ ਜੀ ਨਾਸ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮੰਤਰ ਬਖਸ਼ਿਸ਼ ਕਰਦੇ ਨੇ, ਉਹ ਸਤਿਗੁਰੂ ਜੀ ਜਦੋਂ ਕਿਸੇ ਵੱਲ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ, ਮਿਹਰ ਭਰੀ ਨਿਗਾਹ ਦੇ ਨਾਲ ਵੇਖਣ, ਤਾਂ ਉਹ ਆਮ ਜੀਵ ਵੀ ਸੰਤ ਹੋ ਜਾਂਦਾ ਹੈ। ਇਉਂ ਗੁਰੂ ਕੀ ਨਿਗਾਹ ਸੰਤ ਬਣਾਉਂਦੀ ਹੈ। ਸੰਤ ਦਾ ਦਰਜਾ ਗੁਰੂ ਤੋਂ ਛੋਟਾ ਹੈ, ਨੀਵਾਂ ਹੈ। ਗੁਰੂ ਦਾ ਦਰਜਾ ਸੰਤ ਨਾਲੋਂ ਉਚੇਰਾ ਹੈ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, 100 ਵਿੱਚ ਵਰਤੈ ਸਿੱਖ ਸੰਤ, 7100 ਸਤਿਗੁਰ ਅਬਿਨਾਸੀ। ਗੁਰੂ ਦਾ ਦਰਜਾ ਵੱਡਾ। ਤੇ ਹੁਣ ਮਹਾਰਾਜ ਕਹਿੰਦੇ ਨੇ ਕਿ ਭਾਈ ਜਿਹੜੇ ਸੰਤ ਨੇ ਉਹ ਪਰ ਉਪਕਾਰ ਵਾਸਤੇ ਦੁਨੀਆ ਵਿੱਚ ਆਉਂਦੇ ਨੇ। ਜਿਵੇਂ ਦਰਖਤ ਦਾ ਜੀਵਨ ਪਰ ਉਪਕਾਰ ਲਈ ਹੈ, ਜਿਵੇਂ ਤਲਾਬ ਦਾ ਜੀਵਨ ਪਰ ਉਪਕਾਰ ਲਈ ਹੈ, ਜਿਵੇਂ ਬੱਦਲਾਂ ਦਾ ਜੀਵਨ ਪਰ ਉਪਕਾਰ ਵਾਸਤੇ ਹੈ, ਇਵੇਂ ਇੱਕ ਸੰਤ ਦਾ ਜਿਹੜਾ ਜੀਵਨ ਹੈ ਉਹ ਵੀ ਪਰ ਉਪਕਾਰ ਵਾਸਤੇ, ਪਰਾਇਆਂ ਵਾਸਤੇ ਹੁੰਦਾ ਹੈ। ਅੱਜ ਅਸੀਂ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਯਾਦ ਵਿੱਚ ਜੁੜ ਮਿਲ ਬੈਠੇ ਹਾਂ। ਤਕਰੀਬਨ 94 ਸਾਲ ਹੋ ਗਏ ਸੰਸਾਰ ਤੋਂ ਅਕਾਲ ਚਲਾਣਾ ਕੀਤਿਆਂ। ਤੇ ਸਾਧ ਸੰਗਤ ਜੀ ਜਰਾ ਇੱਕ ਸੂਖਮ ਜਿਹੀ, ਇੱਕ ਸਧਾਰਨ ਜਿਹੀ ਇਹ ਵਿਚਾਰ ਕਰਕੇ ਵੇਖੀਏ, ਕੀ ਨਾਤਾ ਹੈ ਸਾਡਾ ਉਹਨਾਂ ਦੇ ਨਾਲ। ਸਾਡੇ ਪਰਿਵਾਰ ਵਿੱਚੋਂ ਨਹੀਂ, ਸਾਡੇ ਖੂਨ ਵਿੱਚੋਂ ਨਹੀਂ, ਸਾਡੀ ਕੁਲ ਵਿੱਚੋਂ ਨਹੀਂ, ਸਾਡੇ ਉਹ ਕੁਲ ਦੇ ਵੱਡੇ ਵਡੇਰਿਆਂ ਵਿੱਚੋਂ ਨਹੀਂ, ਪਰ ਅੱਜ ਵੀ ਅਸੀਂ ਸਤਿਕਾਰ ਨਾਲ ਉਹਨਾਂ ਦਾ ਨਾਮ ਲੈਂਦੇ ਹਾਂ, ਉਹਨਾਂ ਦੀ ਯਾਦ ਮਨਾਉਂਦੇ ਹਾਂ, ਉਹਨਾਂ ਦੀ ਯਾਦ ਵਿੱਚ ਇਕੱਤਰ ਹੋ ਰਹੇ ਹਾਂ। ਕਾਰਨ ਇਹ ਕਿ ਉਹ ਕਦੇ ਬੇਗਾਨੇ ਹੈ ਹੀ ਨਹੀਂ, ਉਹ ਸਭਨਾਂ ਦੇ ਹੀ ਆਪਣੇ ਨੇ। ਕਿਉਂ ਆਪਣੇ ਨੇ? ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕੀਤੀ, ਬੰਦਗੀ ਕੀਤੀ, ਪ੍ਰਮਾਤਮਾ ਦਾ ਸਰੂਪ ਹੋ ਗਏ, ਤੇ ਉਹਨਾਂ ਦਾ ਜੀਵਨ ਸਾਰਾ ਹੀ ਪਰ ਉਪਕਾਰ ਭਰਿਆ ਹੋਇਆ। ਸੋ ਆਪ ਜੀ ਦੇ ਸੋ ਜੀਵਨ ਗਾਥਾ ਦੇ ਅਨੁਸਾਰ ਸੰਮਤ ਬਿਕਰਮੀ 1884 ਵਿੱਚ ਉਹਨਾਂ ਨੇ ਇਸ ਸੰਸਾਰ ਤੇ ਸਰੀਰਕ ਰੂਪ ਵਿੱਚ ਜਨਮ ਲਿਆ। ਅੱਜ ਤੋਂ 194 ਸਾਲ ਪਹਿਲਾਂ ਨਜ਼ਦੀਕ ਪਿੰਡ ਦਪੋਹਾ ਵਿਖੇ ਜਨਮ ਲਿਆ, ਔਰ ਇਉਂ ਬਚਪਨ ਤੋਂ ਹੀ ਸਧਾਰਨ ਜ਼ਿੰਦਗੀ ਜਿਉਂਦਿਆਂ ਹੋਇਆਂ
ਮਾਤਾ ਪਿਤਾ ਦੀ ਸੇਵਾ ਵੀ, ਹੋਰ ਵੀ ਦੁਨਿਆਵੀ ਕਿਰਤਕਾਰ। ਪਰ ਜਿਉਂ-ਜਿਉਂ ਵਡੇਰੇ ਹੁੰਦੇ ਨੇ ਤਿਉਂ-ਤਿਉਂ ਝੁਕਾਓ ਅਧਿਆਤਮਵਾਦ ਵੱਲੇ ਵੱਧਦਾ ਹੈ। ਤਿਉਂ-ਤਿਉਂ ਭਗਤੀ ਤੇ ਬੰਦਗੀ ਵੱਲ ਉਹਨਾਂ ਦਾ ਜਿਹੜਾ ਮਨ ਹੈ ਉਹ ਪ੍ਰੇਰਿਤ ਹੁੰਦਾ ਹੈ। ਸੇਵਾ ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ। ਔਰ ਰਾਏਪੁਰ ਫਰਾਲਾ ਜੋ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਹੈ, ਉੱਥੇ ਜਾ ਕੇ ਬੜਾ ਉਹ ਪਰ ਉਪਕਾਰ ਦਾ ਪ੍ਰਵਾਹ ਹੀ ਚਲਾਉਂਦੇ ਨੇ। ਤੇ ਜਦੋਂ ਹੁਣ ਸੰਗਤਾਂ ਜ਼ਿਆਦਾ ਹੋ ਜਾਂਦੀਆਂ, ਜ਼ਿਆਦਾ ਲੋਕ ਜਿਹੜੇ ਨੇ ਕੋਲ ਆਉਂਦੇ ਨੇ, ਪ੍ਰਭੂ ਦੇ ਪਿਆਰੇ ਏਕਾਂਤ ਪਸੰਦ ਹੁੰਦੇ ਨੇ, ਇਸ ਲਈ ਉੱਥੋਂ ਛੱਡ ਕੇ ਵਾਪਸ ਆ ਜਾਂਦੇ ਨੇ। ਐਡੀ ਵੱਡੀ ਰਚਨਾ ਬਣੀ ਹੋਈ, ਐਡੇ ਪਰ ਉਪਕਾਰ ਦੇ ਕਾਰਜ ਬਣਿਆ ਹੋਇਆ ਅਸਥਾਨ, ਸਭ ਕਾਸੇ ਨੂੰ ਤਿਆਗ ਦੇਣਾ, ਐਸੇ ਤਿਆਗੀ ਮਹਾਂਪੁਰਖ। ਤੇ ਫਿਰ ਮਹਾਂਪੁਰਖ ਸੰਤ ਬਾਬਾ ਨਿਹਾਲ ਸਿੰਘ ਜੀ ਦੀ ਸੇਵਾ ਦੇ ਵਿੱਚ ਆਉਂਦੇ ਨੇ ਤੇ ਅਗਲਾ ਸਾਰੇ ਦਾ ਸਾਰਾ ਜੀਵਨ ਸੋ ਇੱਥੇ ਹੀ ਬੀਤਦਾ ਹੈ। ਪੂਰੀ ਜ਼ਿੰਦਗੀ ਮਹਾਂਪੁਰਖਾਂ ਦੀ ਸੇਵਾ ਨਾਲ, ਸਿਮਰਨ ਤੇ ਨਾਲ ਬੰਦਗੀ। ਤੇ ਜਦੋਂ ਮਹਾਂਪੁਰਖ ਸੰਤ ਬਾਬਾ ਨਿਹਾਲ ਸਿੰਘ ਜੀ ਦਾ ਅਕਾਲ ਚਲਾਣਾ ਹੁੰਦਾ ਹੈ, ਉਹਦੇ ਤੋਂ ਬਾਅਦ ਵੀ ਆਪਣਾ ਸਾਰਾ ਜੀਵਨ ਜਿਹੜਾ ਪਰ ਉਪਕਾਰ ਵਾਸਤੇ ਹੀ ਅਰਪਿਤ ਕਰਦੇ ਨੇ। ਗੁਰਮਤਿ ਦਾ ਪ੍ਰਚਾਰ, ਗੁਰਬਾਣੀ ਦੀ ਕਥਾ, ਤੇ ਫਿਰ ਆਏ ਗਏ ਰਾਹੀਆਂ ਦੇ ਵਾਸਤੇ ਆ ਖੂਹੀ ਲਗਾ ਕੇ, ਬੌਲੀ ਲਗਵਾ ਕੇ ਪਾਣੀ ਦਾ ਪ੍ਰਬੰਧ ਤੇ ਸਾਰਿਆਂ ਨੂੰ ਜਲ ਛਕਾਉਣਾ। ਇਹ ਗੱਲਾਂ ਕਹਿ ਲੈਣੀਆਂ, ਸੁਣ ਲੈਣੀਆਂ ਬੜੀਆਂ ਸੌਖੀਆਂ ਹੁੰਦੀਆਂ, ਪਰ ਅਸਲ ਵਿੱਚ ਕਮਾਉਣਾ ਬਹੁਤ ਔਖਾ ਹੁੰਦਾ ਹੈ। ਆਪਣਾ ਨਿੱਜ ਮਤਲਬ ਛੱਡ ਕੇ, ਆਪਣਾ ਪਰਿਵਾਰ ਛੱਡ ਕੇ, ਆਪਣੀਆਂ ਸਰੀਰਕ ਲੋੜਾਂ ਨੂੰ ਛੱਡ ਕੇ ਕੇਵਲ ਤੇ ਕੇਵਲ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਦੇ ਵਾਸਤੇ ਹੀ ਅਰਪਣ ਕਰ ਦੇਣਾ ਬੜਾ ਕਠਿਨ ਹੈ, ਬੜਾ ਔਖਾ ਹੈ। ਥੋੜਾ ਜਿਹਾ ਮੈਂ ਕੱਲ ਵੀ ਇਹ ਬਚਨ ਕੀਤਾ ਸੀ ਕਿ ਅੱਜ ਕੱਲ ਦੇ ਨਿੰਦਕ ਲੋਕ ਕਹਿ ਦਿੰਦੇ ਨੇ ਜੀ ਵਿਹਲੜ ਸਾਧ, ਪਰ ਸਾਧ ਕਦੇ ਵੀ ਵਿਹਲੜ ਨਹੀਂ ਜੇ ਹੁੰਦਾ, ਇਹ ਗੱਲ ਚੇਤੇ ਰੱਖਣੀ। ਆਖਣ ਔਖਾ ਸਾਚਾ ਨਾਉ, ਪ੍ਰਮਾਤਮਾ ਦਾ ਨਾਮ ਜਪਣਾ ਬੜਾ ਔਖਾ ਹੁੰਦਾ ਹੈ, ਸਭ ਤੋਂ ਔਖਾ ਕੰਮ ਹੈ। ਇਹਦੇ ਜਿੰਨਾ ਔਖਾ ਕੰਮ ਹੋਰ ਕੋਈ ਹੈ ਨਹੀਂ। ਤੇ ਉਹ ਕੰਮ ਜਿਹੜਾ ਉਹ ਸਾਧ ਕਰ ਰਿਹਾ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਮਸ਼ੱਕਤ ਕੀਤੀ ਹੈ, ਕਰੜੀ ਘਾਲਣਾ ਕਮਾਈ ਕੀਤੀ ਹੈ, ਉਹ ਵਿਹਲੜ ਬਿਲਕੁਲ ਵੀ ਨਹੀਂ। ਤੇ ਫਿਰ ਆਪਣੇ ਵਾਸਤੇ, ਆਪਣੇ ਪਰਿਵਾਰ ਵਾਸਤੇ ਕੰਮ ਕਾਜ ਕਰਨ ਦੀ ਬਜਾਏ ਮਨੁੱਖਤਾ ਦੇ ਵਾਸਤੇ, ਸਾਰਿਆਂ ਦੇ ਭਲੇ ਵਾਸਤੇ ਸਦਾ ਤਤਪਰ ਰਹਿਣਾ, ਇਹ ਕੋਈ ਵਿਹਲੜਾਂ ਦਾ ਕੰਮ ਹੈ? ਨਹੀਂ। ਇਹਦੇ ਵਰਗਾ ਵੱਡਾ ਤੇ ਖੇਚਲ ਵਾਲਾ ਹੋਰ ਕੰਮ ਭਲਾ ਕਿਹੜਾ ਹੈ। ਇਉਂ ਪਰ ਉਪਕਾਰ ਵਾਸਤੇ ਹੀ ਸਾਧੂ ਜਨ ਆਪਣਾ ਸਰੀਰ ਧਾਰਨ ਕਰਦੇ ਨੇ। ਸਾਧ ਬਣਨਾ ਕੋਈ ਸੌਖਾ ਵੀ ਨਹੀਂ। ਹਾਂ, ਪਖੰਡੀ ਸਾਧ ਬਣ ਜਾਣਾ ਬੜਾ ਸੌਖਾ ਹੈ। ਕੋਈ ਭਗਤੀ ਨਹੀਂ, ਕੋਈ ਬੰਦਗੀ ਨਹੀਂ, ਕੋਈ ਪਰ ਉਪਕਾਰ ਨਹੀਂ, ਕੋਈ ਕਿਸੇ ਪ੍ਰਕਾਰ ਦੀ ਹੋਰ ਜ਼ਰੂਰਤ ਹੀ ਨਹੀਂ ਖੇਚਲ ਕਰਨ ਦੀ। ਬਸ ਪੈਸੇ ਦਾ ਲਾਲਚ ਦੇ ਕੇ ਕੋਈ 10-12 ਚੇਲੇ ਮਗਰ ਲਾ ਲਵੋ, ਅਡੱਬਰ ਰਚ ਲਵੋ, ਦੁਨੀਆ ਤਾਂ ਪਿੱਛੇ ਲੱਗ ਹੀ ਜਾਂਦੀ ਹੈ। ਇਉਂ ਪਖੰਡੀ ਸਾਧ ਬਣ ਜਾਣਾ, ਦੁਨੀਆ ਕੋਲੋਂ ਆਪਣੀ ਪੂਜਾ ਕਰਵਾ ਲੈਣੀ ਤੇ ਉਸ ਪੂਜਾ ਤੇ ਐਸ਼ ਕਰਨੀ, ਇਹ ਤਾਂ ਬੜਾ ਸੌਖਾ ਕੰਮ ਹੈ। ਪਰ ਅਸਲੀ ਸਾਧ ਬਣਨਾ ਬੜਾ ਔਖਾ, ਬੜਾ ਕਠਿਨ। ਅੱਜ ਆਪਾਂ ਸਾਧ ਲਫ਼ਜ਼ ਨੂੰ ਵੀ ਨਫ਼ਰਤ ਦਾ ਪਾਤਰ ਬਣਾ ਦਿੱਤਾ। ਇੱਕ ਉਹਨਾਂ ਨੇ ਜਿਹੜੇ ਅਸਲ ਵਿੱਚ ਸਾਧ ਹੈ ਨਹੀਂ ਤੇ ਸਾਧਾਂ ਵਾਲਾ ਲਿਬਾਸ ਧਾਰਨ ਕੀਤਾ, ਉਹਨਾਂ ਦਾ ਵੀ ਦੋਸ਼ ਹੈ, ਉਹਨਾਂ ਦਾ ਵੀ ਕਸੂਰ ਹੈ। ਤੇ ਦੂਸਰੇ ਪਾਸੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਤਾਂ ਤਤ ਗੁਰਮਤ ਵਾਲੇ ਨੇ, ਪਰ ਸਾਧ ਦੀ ਪਰਿਭਾਸ਼ਾ ਦਾ ਜਿਨ੍ਹਾਂ ਨੂੰ ਪਤਾ ਤੱਕ ਵੀ ਨਹੀਂ, ਉਹ ਜਦੋਂ ਕਿਸੇ ਸੰਤ ਮਹਾਤਮਾ ਮਹਾਂਪੁਰਖ ਦੀ ਨਿੰਦਾ ਕਰਨੀ ਹੁੰਦੀ ਹੈ ਤਾਂ ਉਹ ਸਾਧ ਲਫ਼ਜ਼ ਵਰਤਦੇ ਨੇ, ਸਾਧ ਲਾਣਾ। ਪਰ ਸਾਧ ਲਫ਼ਜ਼ ਸਾਧ ਸੰਗਤ ਜੀ ਬਹੁਤ ਵੱਡਾ ਹੈ, ਬੜਾ ਮਹਾਨ ਹੈ। ਭਾਈ ਗੁਰਦਾਸ ਜੀ ਦਾ ਪਾਵਨ ਬਚਨ ਹੈ, ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ। ਗੁਰੂ ਕੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਅਸਾਧ ਨੂੰ ਸਾਧ ਲਿਆ। ਅਸਾਧ ਕਹਿੰਦੇ ਜਿਹੜਾ ਸਾਧਿਆ ਨਾ ਜਾਵੇ, ਜਿਹੜਾ ਕਾਬੂ ਵਿੱਚ ਨਾ ਆਵੇ, ਜਿਹੜਾ ਵੱਸ ਵਿੱਚ ਨਾ ਆਵੇ। ਕੀ ਅਸਾਧ ਹੈ? ਸਭ ਕੁਝ ਹੀ ਅਸਾਧ ਹੈ। ਸਾਡੇ ਆਲੇ ਦੁਆਲੇ ਦਾ ਵਰਤਾਰਾ, ਸਾਡਾ ਆਪਣਾ ਮਨ ਅਸਾਧ ਹੈ, ਇਹ ਕਾਬੂ ਵਿੱਚ ਨਹੀਂ ਆਉਂਦਾ, ਇਹ ਪਕੜਿਆ ਨਹੀਂ ਜਾਂਦਾ, ਬੜਾ ਚੰਚਲ ਹੈ। ਤੇ ਇਸ ਮਨ ਉੱਪਰ ਜਿੰਨਾ ਔਗਣਾਂ ਦਾ ਪ੍ਰਭਾਵ ਪਿਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਤਿਆਦਿਕ, ਇਹ ਅਸਾਧ ਨੇ, ਇਹ ਨਹੀਂ ਸਾਧੇ ਜਾਂਦੇ। ਫਿਰ ਦੁਨੀਆ ਦੇ ਵਰਤਾਰੇ ਵਿੱਚ ਸਾਡੀ ਨਿੰਦਾ ਇਹ ਵੀ ਅਸਾਧ ਹੈ ਤੇ ਉਸਤਤ ਇਹ ਵੀ ਅਸਾਧ ਹੈ। ਕੋਈ ਸਾਡੀ ਸਿਫਤ ਕਰ ਦੇਵੇ, ਸਾਡੀ ਸਿਫਤ ਵਿੱਚ, ਸਾਡੀ ਉਸਤਤ ਵਿੱਚ ਦੋ ਬਚਨ ਬੋਲ ਦੇਵੇ, ਮਨ ਨੂੰ ਪ੍ਰਸੰਨਤਾ ਮਿਲਦੀ ਹੈ, ਖੁਸ਼ੀ ਹੁੰਦੀ ਹੈ ਤੇ ਹੰਕਾਰ ਭਾਵਨਾ ਵੀ ਆਉਂਦੀ ਹੈ।
ਕੋਈ ਸਾਡੇ ਬਾਰੇ ਥੋੜਾ ਜਿਹਾ ਚੁਭਵਾਂ ਵਚਨ ਕਹਿ ਦੇਵੇ ਤਾਂ ਮਨ ਤੜਪ ਉੱਠਦਾ ਹੈ, ਆਪਣੀ ਨਿੰਦਾ ਤੋਂ, ਆਪਣੀ ਨਿਖੇਧੀ ਤੋਂ, ਆਪਣੇ ਲਈ ਆਪਣੇ ਕੌੜੇ ਵਚਨ ਤੋਂ ਮਨ ਖਿਝ ਉੱਠਦਾ ਹੈ, ਦੁਖੀ ਹੁੰਦਾ ਹੈ। ਇਉਂ ਨਿੰਦਾ ਵੀ ਨਹੀਂ ਸਹਾਰੀ ਜਾਂਦੀ ਤੇ ਉਸਤਤ ਵੀ ਨਹੀਂ ਸਹਾਰੀ ਜਾਂਦੀ। ਇਹ ਸਾਰੀਆਂ ਚੀਜ਼ਾਂ ਅਸਾਧ ਨੇ। ਪਰ ਜਿਹੜੇ ਗੁਰਮੁਖ ਪਿਆਰੇ ਹਨ ਉਹ ਗੁਰੂ ਕੀ ਕਿਰਪਾ ਨਾਲ ਇਸ ਸਾਰੇ ਅਸਾਧ ਨੂੰ ਸਾਧ ਲੈਂਦੇ ਆ। ਉਹਨਾਂ ਨੂੰ ਨਾ ਮਤਲਬ ਨਿੰਦਿਆ ਨਾਲ, ਨਾ ਮਤਲਬ ਉਸਤਤ ਦੇ ਨਾਲ, ਨਾ ਨਿੰਦਾ ਕਰਨ ਵਾਲੇ ਨਾਲ ਵੈਰ, ਨਾ ਉਸਤਤ ਕਰਨ ਵਾਲੇ ਦੇ ਨਾਲ ਮੋਹ। ਇਸੇ ਤਰ੍ਹਾਂ ਪੰਜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਧੇ ਆ। ਆਪਣਾ ਮਨ ਸਾਧਿਆ, ਮਨ ਨੂੰ ਆਪਣੀ ਮਰਜ਼ੀ ਕਰਨ ਦੀ ਖੁੱਲ੍ਹ ਨਹੀਂ ਦਿੱਤੀ ਬਲਕਿ ਆਪਣੇ ਕਾਬੂ ਵਿੱਚ ਰੱਖਿਆ ਹੈ। ਅੱਜ ਦੀ ਦੁਨੀਆ ਦਾ ਇੱਕ ਅਨੋਖਾ ਜਿਹਾ ਵਿਚਾਰ ਹੀ ਬਣਿਆ ਹੋਇਆ, ਪਰ ਹੈ ਬੜਾ ਗਲਤ। ਅਖੇ ਜੀ ਮੈਂ ਆਪਣੀ ਜ਼ਿੰਦਗੀ ਆਪਣੀ ਮਨ ਮਰਜ਼ੀ ਮੁਤਾਬਕ ਜਿਉਣ ਦਾ ਹੱਕ ਰੱਖਦਾ। ਸਾਨੂੰ ਉਹ ਕਰਨਾ ਚਾਹੀਦਾ ਜੋ ਮਨ ਦੀ ਆਵਾਜ਼ ਹੋਵੇ। ਅੱਜ ਕੱਲ ਇਹ ਪ੍ਰਚਾਰਿਆ ਜਾਂਦਾ, ਇਹ ਕਿਹਾ ਜਾਂਦਾ, ਪਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਾਈ, ਮਨ ਦੀ ਆਵਾਜ਼ ਦੇ ਮਗਰ ਨਹੀਂ ਚੱਲਣਾ। ਮਨ ਤਾਂ ਹਮੇਸ਼ਾ ਹੀ ਚੰਚਲ ਹੈ। ਗ੍ਰੰਥਾਂ ਦਾ ਬੜਾ ਸੁੰਦਰ ਇਹ ਕਥਨ ਹੈ, ਮਨ ਲੋਭ ਕੰਮ ਕਰ ਲਈਏ। ਮਸਲਨ ਕੋਈ ਕਿਸੇ ਦਾ ਧਨ ਹੈ ਤੇ ਚੋਰੀ ਕਰਨ ਦਾ ਦਾਅ ਲੱਗ ਰਿਹਾ, ਮਨ ਕਹਿੰਦਾ ਚੁੱਕ ਲਈਏ, ਪੈਸੇ ਲੈ ਦੇਂਗੇ। ਪਰ ਇੱਕ ਆਵਾਜ਼ ਅੰਦਰੋਂ ਆ ਰਹੀ ਹੈ ਕਿ ਨਹੀਂ, ਇਹ ਕੰਮ ਨਹੀਂ ਕਰਨਾ ਚਾਹੀਦਾ, ਇਹ ਗਲਤ ਹੈ। ਉਹ ਜਿਹੜਾ ਚੁੱਕ ਲੈਣ ਵਾਲਾ ਵਿਚਾਰ ਹੈ ਉਹ ਪੈਦਾ ਕਰ ਰਿਹਾ ਮਨ ਪ੍ਰੇਰਦਾ ਪਿਆ ਹੈ। ਪਰ ਜਿਹੜੀ ਅੰਤਰ ਆਤਮਾ ਹੈ ਜੋ ਹਮੇਸ਼ਾ ਹੀ ਸ਼ੁੱਧ ਸਰੂਪ ਹੈ, ਉਹ ਪ੍ਰੇਰ ਰਹੀ ਹੈ ਕਿ ਨਹੀਂ ਭਾਈ, ਇਹ ਕੰਮ ਯੋਗ ਨਹੀਂ, ਇਹ ਠੀਕ ਨਹੀਂ। ਇੱਥੇ ਹੁਣ ਜਿਹੜਾ ਆਤਮਾ ਦੀ ਨਾ ਸੁਣੇ, ਮਨ ਦੀ ਸੁਣ ਲਵੇ, ਉਹ ਪੁੱਠੇ ਪਾਸੇ ਪੈ ਗਿਆ। ਉਹਨੇ ਔਗਣ ਕਮਾ ਲਿਆ ਤੇ ਆਪਣੇ ਖਾਤੇ ਵਿੱਚ ਪਾਪ ਜੋੜ ਲਿਆ। ਪਰ ਜਿਸ ਨੇ ਮਨ ਦੀ ਮੰਨਣ ਦੀ ਬਜਾਏ ਆਤਮਾ ਦੀ ਮੰਨ ਲਈ, ਆਪਣੀ ਜ਼ਮੀਰ ਦੀ ਮੰਨ ਲਈ, ਉਹ ਵਿਕਾਰ ਤੋਂ ਬਚ ਗਿਆ, ਔਗਣ ਤੋਂ ਬਚ ਗਿਆ ਤੇ ਮਨ ਨੂੰ ਕਾਬੂ ਕਰਨ ਵੱਲ ਉਹਨੇ ਹੋਰ ਆਪਣਾ ਕਦਮ ਵਧਾ ਲਿਆ। ਬੜਾ ਚੰਚਲ ਹੈ ਮਨ। ਤੇ ਗੁਰਮੁਖ ਪਿਆਰੇ ਗੁਰੂ ਕੀ ਕਿਰਪਾ ਨਾਲ ਆਪਣੇ ਮਨ ਨੂੰ ਸਾਧ ਲੈਂਦੇ ਨੇ। ਗੁਰਮੁਖ ਸਾਧ ਅਸਾਧ, ਜਿਹੜੇ ਗੁਰਮੁਖ ਜਨ ਗੁਰੂ ਕੀ ਕਿਰਪਾ ਨਾਲ ਅਸਾਧ ਨੂੰ ਸਾਧ ਲੈਣ, ਸਾਧ ਵਖਾਣੀਆਂ, ਉਹਨਾਂ ਨੂੰ ਸਾਧ ਕਿਹਾ ਜਾਂਦਾ ਹੈ। ਇਉਂ ਸਾਧ ਦਾ ਦਰਜਾ ਬੜਾ ਉੱਚਾ ਹੈ, ਬੜਾ ਉੱਤਮ ਹੈ। ਗੁਰਮਤਿ ਦੇ ਪ੍ਰਮੁੱਖ ਵਿਆਖਿਆਕਾਰ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ। ਆਪ ਜੀ ਦਾ ਸਾਨੂੰ ਸਮਝਾਉਣ ਦਾ ਤਰੀਕਾ ਬੜਾ ਨਿਰਾਲਾ, ਬੜਾ ਉੱਤਮ ਹੈ, ਬੜਾ ਸ੍ਰੇਸ਼ਟ ਹੈ। ਨਿੱਕੀਆਂ ਨਿੱਕੀਆਂ ਗੱਲਾਂ ਵਿੱਚੋਂ ਉਦਾਹਰਣਾਂ ਦੇ ਕੇ ਭਾਈ ਸਾਹਿਬ ਜੀ ਸਾਨੂੰ ਵੱਡਾ ਸਿਧਾਂਤ ਸਮਝਾ ਜਾਂਦੇ ਨੇ। ਇੱਕ ਕਵਿਤ ਵਿੱਚ ਭਾਈ ਸਾਹਿਬ ਜੀ ਦੇ ਬਚਨ ਹਨ, ਜੈਸੇ ਅਨਾਦ ਆਦ ਅੰਤ ਪ੍ਰਯੰਤ ਹੰਤ, ਸਗਲ ਸੰਸਾਰ ਕੋ ਆਧਾਰ ਭਇਓ ਤਾਹੀ ਸਹਿ, ਜੈਸੇ ਤਉ ਕਪਾਸ ਸਾਸ ਤਰਾਸ ਦੇਤ ਨਾ ਉਸਾਸ ਕਾਢੈ, ਜਗਤ ਕੀ ਓਟ ਭਏ ਅੰਬਰ ਦਿਵਾਹੀ ਸਹਿ, ਜੈਸੇ ਆਪਾ ਖੋਏ ਜਲ ਮਿਲੈ ਸਭ ਬਰਨ ਮੈਂ, ਖਾਗ ਮਰੇਗ ਮਾਨਸ ਤ੍ਰਿਪਤ ਗਤ ਜਾਹੀ ਸਹਿ, ਤੈਸੇ ਮਨ ਸਾਧ ਸਾਧ ਸਾਧਨਾ ਕੈ ਸਾਧ ਭਏ, ਯਾਹੀ ਤੇ ਸਗਲ ਕੋ ਉਧਾਰ ਅਗਾਹੀ ਸਹਿ। ਭਾਈ ਸਾਹਿਬ ਜੀ ਉਦਾਹਰਨਾਂ ਦਿੰਦੇ ਨੇ, ਕਹਿੰਦੇ ਵੇਖੋ ਜਿਹੜਾ ਅੰਨ ਹੈ ਨਾ, ਜੈਸੇ ਅਨਾਦ ਆਦ ਅੰਤ ਪ੍ਰਯੰਤ ਹੰਤ, ਅੰਨ ਜਿਹੜਾ ਹੈ ਨਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮਾਰ ਚੱਲਦਾ ਹੈ, ਕੁੱਟ ਚੱਲਦਾ ਹੈ। ਪਹਿਲਾਂ ਅਨਾਜ ਦੇ ਦਾਣੇ ਆਪਾਂ ਧਰਤੀ ਦੇ ਵਿੱਚ ਜਦੋਂ ਬੀਜੇ ਨੇ, ਸੁੱਟ ਦਿੱਤੇ ਨੇ ਧਰਤੀ ਦੇ ਵਿੱਚ, ਧਰਤੀ ਨੇ ਆਪਣੇ ਵਿੱਚ ਸਮੋ ਲਏ, ਉਸ ਦਾਣੇ ਨੇ ਆਪਣੇ ਆਪ ਨੂੰ ਗਲਾਇਆ। ਜਦੋਂ ਦਾਣਾ ਗਲਿਆ ਅਨਾਜ ਦਾ, ਤਦੋਂ ਉਹ ਪੌਦਾ ਬਣ ਕੇ ਫੁੱਟਿਆ ਤੇ ਫੇਰ ਉਹ ਫਸਲ ਪੈਦਾ ਹੋਈ। ਆਪਣਾ ਆਪਾ ਗਵਾਇਆ ਨਾ ਪਹਿਲਾਂ ਉਸ ਅਨਾਜ ਦੇ ਦਾਣੇ ਨੇ, ਮਿੱਟੀ ਵਿੱਚ ਰਲਾਇਆ, ਰਲ ਕੇ ਮਿੱਟੀ ਦੇ ਵਿੱਚ ਫਿਰ ਆਪਣਾ ਆਪਾ ਜਿਹੜਾ ਸੀ ਉਹ ਗਾਲ ਵੀ ਲਿਆ, ਗਲ ਕੇ ਬੀਜ ਦੇ ਵਿੱਚੋਂ ਨਿਕਲਿਆ ਬੂਟਾ ਬਣਿਆ, ਉਹ ਫਸਲ ਬਣੀ। ਜਦੋਂ ਉਹ ਫਸਲ ਭਰਪੂਰ ਹੋਈ, ਪੱਕ ਗਈ, ਫਿਰ ਉਹ ਫਸਲ ਵੱਢੀ ਵੀ ਗਈ। ਵੱਢ ਕੇ ਫਿਰ ਉਸ ਫਸਲ ਨੂੰ ਛੜਿਆ ਵੀ ਗਿਆ। ਪਹਿਲਾਂ ਉਖਲੀਆਂ ਵਿੱਚ ਛੱਡਦੇ ਸੀ, ਅੱਜ ਕੱਲ ਮਸ਼ੀਨਾਂ ਵਿੱਚ ਛੜਿਆ ਜਾਂਦਾ ਹੈ। ਹੁਣ ਆਪਾਂ ਕਣਕ ਦੀ ਗੱਲ ਹੀ ਲੈ ਲਈਏ, ਸੋ ਕਣਕ ਜਿਹੜੀ ਹੈ ਇਉਂ ਬੱਲੀਆਂ ਵਿੱਚੋਂ ਸਿੱਟਿਆਂ ਵਿੱਚੋਂ ਵੱਖਰੀ ਕੀਤੀ ਗਈ, ਪਰ ਹੁਣ ਇੱਥੇ ਅਜੇ ਕੰਮ ਨਹੀਂ ਮੁੱਕਿਆ। ਉਸ ਕਣਕ ਨੂੰ ਚੱਕੀ ਵਿੱਚ ਪਾ ਕੇ ਪੀਸ ਦਿੱਤਾ ਗਿਆ, ਛੋਟਾ ਛੋਟਾ ਬਰੀਕ ਪਾਊਡਰ ਬਣਾ ਦਿੱਤਾ, ਜਿਸ ਨੂੰ ਆਪਾਂ ਆਟਾ ਕਹਿੰਦੇ ਆ। ਅਜੇ ਖੇਚਲ ਹੋਰ ਹੈ। ਉਸ ਆਟੇ ਵਿੱਚ ਪਾਣੀ ਪਾ ਕੇ ਗੁੰਨਿਆ ਗਿਆ, ਫਿਰ ਉਸ ਨੂੰ ਚਕਲੇ ਵੇਲਣੇ ਤੇ ਰੱਖ ਕੇ ਵੇਲਿਆ ਗਿਆ।
ਤੇ ਵੇਲਣ ਤੋਂ ਉਪਰੰਤ ਫੇਰ ਉਸ ਨੂੰ ਤਵੇ ਤੇ ਤਪਾਇਆ ਗਿਆ, ਫੇਰ ਜਾ ਕੇ ਉਹ ਸਾਡਾ ਭੋਜਨ ਬਣਿਆ। ਇੰਨਾ ਕਸ਼ਟ ਚੱਲਿਆ, ਤੇ ਇਹ ਕਸ਼ਟ ਚੱਲਣ ਦਾ ਫਾਇਦਾ ਕੀ ਹੋਇਆ, ਲਾਭ ਕੀ ਹੋਇਆ ਕਿ ਸਾਰੇ ਸੰਸਾਰ ਦਾ ਆਸਰਾ ਬਣ ਗਿਆ ਉਹ ਅੰਨ। ਹਰੇਕ ਅਨਾਜ ਇਸੇ ਤਰ੍ਹਾਂ ਹੈ। ਦੂਸਰੀ ਗੱਲ ਵਸਤਰਾਂ ਦੀ ਕੀਤੀ ਕਿ ਕਪਾਹ ਬੀਜੀ, ਉਹ ਕਪਾਹ ਬਣੀ, ਫੁੱਟੀਆਂ ਖਿੜੀਆਂ, ਚੁਗ ਲਈ ਗਈ, ਵੇਲੜੇ ਵਿੱਚੋਂ ਉਹ ਲੰਘੀ, ਉਹਨੂੰ ਪਿੰਜਿਆ ਗਿਆ, ਫਿਰ ਕੱਤਿਆ ਗਿਆ, ਕੁੱਟਿਆ ਗਿਆ, ਰੰਗਿਆ ਗਿਆ, ਫਿਰ ਬਸਤਰ ਬਣਿਆ, ਰੰਗਿਆ ਗਿਆ, ਕੈਂਚੀ ਨਾਲ ਕੱਟਿਆ ਗਿਆ। ਕੱਟਣ ਤੋਂ ਬਾਅਦ ਸੂਈ ਧਾਗੇ ਦੇ ਸੋ ਉਸ ਨੇ ਪੀੜਾਂ ਚੱਲੀਆਂ, ਬਸਤਰ ਬਣਿਆ, ਫੇਰ ਜਾ ਕੇ ਸਾਡੇ ਸਰੀਰ ਦੀ ਪੱਤ ਟੱਕਣ ਜੋਗਾ ਉਹ ਬਣਿਆ। ਸੋ ਇਸ ਪ੍ਰਕਾਰ ਅਨੇਕਾਂ ਕਸ਼ਟ ਝੱਲ ਕੇ ਫਿਰ ਉਹ ਸਾਰੇ ਸੰਸਾਰ ਦੀ ਪੱਤ ਬਣਦਾ ਹੈ, ਸਾਰੇ ਸੰਸਾਰ ਦੀ ਇੱਜ਼ਤ ਬਣਦਾ ਹੈ। ਇਸੇ ਤਰ੍ਹਾਂ ਪਾਣੀ ਆਪਣਾ ਆਪਾ ਗਵਾਉਂਦਾ ਹੈ, ਤੇ ਇਉਂ ਜਿਹੜੇ ਰੰਗ ਵਿੱਚ ਉਸ ਨੂੰ ਪਾ ਦੇਈਏ ਉਸੇ ਰੰਗ ਵਿੱਚ ਰੰਗਿਆ ਜਾਂਦਾ ਹੈ। ਇਹ ਪਾਣੀ ਦਾ ਆਪਾ ਗਵਾਉਣ ਦਾ ਤੇ ਨਿਮਰਤਾ ਧਾਰਨ ਕਰਨ ਦਾ ਹੀ ਇਹ ਫਲ ਹੈ ਕਿ ਪਾਣੀ ਸਾਰਿਆਂ ਦੇ ਜੀਵਨ ਦਾ ਆਧਾਰ ਹੈ। ਕੀ ਪੰਛੀ, ਕੀ ਹੋਰ ਜਾਨਵਰ ਤੇ ਕੀ ਮਨੁੱਖ ਇਤਿਆਦਿਕ। ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਆਪਣੇ ਮਨ ਨੂੰ ਸਾਧ ਕੇ ਤੇ ਭਾਵ ਭਗਤੀ ਦੀ ਸਾਧਨਾ ਕਰਕੇ ਹੀ ਕੋਈ ਵਿਅਕਤੀ ਸਾਧ ਬਣਦਾ ਹੈ। ਤੇ ਜਿਹੜਾ ਇਉਂ ਸਾਧ ਬਣ ਗਿਆ, ਆਪਣਾ ਆਪਾ ਗਵਾ ਕੇ ਸਾਧਨਾ ਕਰਕੇ, ਬੰਦਗੀ ਕਰਕੇ, ਔਖੀ ਮੁਸ਼ੱਕਤ ਕਰਕੇ, ਉਹਦੇ ਤੋਂ ਫਿਰ ਅੱਗੇ ਸਾਰੇ ਸੰਸਾਰ ਦਾ ਉਧਾਰ ਹੁੰਦਾ ਹੈ, ਉਹ ਦੁਨੀਆ ਤੇ ਪਰ ਉਪਕਾਰ ਕਰਦਾ ਹੈ। ਐਸੇ ਸਾਧੂਆਂ ਦੀ ਸ਼੍ਰੇਣੀ ਵਿੱਚ ਹਨ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ। ਅੱਜ ਦੇ ਦਿਨ 5 ਮਾਘ ਤੇ ਸੰਮਤ ਬਿਕਰਮੀ 1984 ਨੂੰ ਇਸ ਸੰਸਾਰ ਤੋਂ ਸਰੀਰਕ ਰੂਪ ਵਿੱਚ ਆਪ ਦੀ ਰੁਖਸਤ ਹੋਏ। ਉਹਲਾ ਕੇਵਲ ਸਰੀਰ ਦਾ, ਆਤਮਾ ਪ੍ਰਮਾਤਮਾ ਵਿੱਚ ਲੀਨ। ਉਹਨਾਂ ਮਹਾਂਪੁਰਖਾਂ ਦੀ ਆਪਾਂ ਯਾਦ ਮਨਾ ਰਹੇ ਹਾਂ। ਯਾਦ ਮਨਾਉਣ ਦਾ ਮਕਸਦ ਹੁੰਦਾ ਕਿ ਆਪਾਂ ਉਹਨਾਂ ਦੀ ਕਰਨੀ ਨੂੰ ਵਿਚਾਰੀਏ, ਉਹਨਾਂ ਦੇ ਜੀਵਨ ਨੂੰ ਵਿਚਾਰੀਏ, ਤੇ ਉਹਦੇ ਤੋਂ ਕੁਝ ਪ੍ਰੇਰਨਾ ਲਈਏ, ਕੁਝ ਸੇਧ ਲਈਏ, ਤਾਂ ਕਿ ਸਾਡਾ ਜੀਵਨ ਵੀ ਸੁਚੱਜਾ ਹੋ ਸਕੇ ਤੇ ਅਸੀਂ ਆਪਣੇ ਜੀਵਨ ਨੂੰ ਸਫਲੀਆਂ ਕਰ ਸਕੀਏ। ਸਤਿਗੁਰੂ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣ। ਮਹਾਂਪੁਰਖਾਂ ਦੇ ਠੀਕ ਹੈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਸਾਡੇ ਤੇ ਮਿਹਰ ਕਰਦੇ ਨੇ, ਕਿਰਪਾ ਕਰਦੇ ਨੇ ਕਿ ਐਸੇ ਜਿਹੜੇ ਸੰਤ ਜਨ ਹਨ ਉਹ ਦੁਨੀਆ ਤੇ ਵਿਰਲੇ ਵਿਰਲੇ ਹੋਇਆ ਕਰਦੇ ਨੇ। ਵਿਰਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਪਾਵਨ ਪਵਿੱਤਰ ਬਚਨ ਹੈ ਨਾ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਜਿਹਦੇ ਹਿਰਦੇ ਵਿੱਚ ਉਹ ਨਾਰਾਇਣ, ਉਹ ਪ੍ਰਮਾਤਮਾ ਵਸਦਾ ਹੈ, ਉਹ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਵਿਰਲਾ ਹੁੰਦਾ ਹੈ। ਪਰ ਉਹ ਜਿਹੜੇ ਵਿਰਲੇ ਨੇ ਉਹ ਕਈਆਂ ਦਾ ਭਲਾ ਕਰ ਜਾਂਦੇ ਨੇ, ਕਈਆਂ ਦਾ ਸੰਸਾਰ ਸਾਗਰ ਤੋਂ ਪਾਰ ਉਤਾਰਾ ਕਰ ਜਾਂਦੇ ਨੇ। ਸੰਤ ਸਹਾਈ ਜੀਅ ਕੇ ਭਵਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਐ ਹੈ ਨਾਨਕ ਨਾਮ ਪਿਆਰ। ਜਿਹੜੇ ਸੰਤ ਜਨ ਹਨ ਉਹ ਆਮ ਮਨੁੱਖ ਦੀ, ਜੀਵ ਆਤਮਾ ਦੇ ਵੀ ਸਹਾਇਕ ਹੁੰਦੇ ਨੇ, ਮਦਦਗਾਰ ਹੁੰਦੇ ਨੇ। ਸੰਤ ਸਹਾਈ ਜੀਅ ਕੇ ਭਵਜਲ ਤਾਰਨ ਹਾਰ, ਉਹ ਭੈਦਾਇਕ ਸੰਸਾਰ ਸਾਗਰ ਤੋਂ ਜੀਵਾਂ ਨੂੰ ਤਾਰਨ ਵਾਲੇ ਹੁੰਦੇ ਨੇ, ਤੇ ਉਹ ਸਾਰਿਆਂ ਨਾਲੋਂ ਉੱਚੇ ਜਾਣੇ ਜਾਂਦੇ ਨੇ। ਸਭ ਤੋਂ ਵੱਡੀ ਪਦਵੀ ਜਿਹੜੀ ਹੈ ਸੰਸਾਰ ਵਿੱਚ ਉਹ ਸੰਤ ਦੀ ਹੈ। ਪਰ ਸੰਤ ਉਹ ਜਿਸ ਦਾ ਪਿਆਰ ਵਾਹਿਗੁਰੂ ਦੇ ਨਾਮ ਦੇ ਨਾਲ ਹੈ, ਜੋ ਅੱਠੇ ਪੈਰ ਵਾਹਿਗੁਰੂ ਦਾ ਨਾਮ ਜਪਦਾ ਹੈ। ਸਤਿਗੁਰੂ ਅਰਜਨ ਦੇਵ ਜੀ ਦਾ ਸਹਿਸਕ੍ਰਿਤੀ ਸ਼ਲੋਕਾਂ ਦੇ ਵਿੱਚ ਵੀ ਇਹ ਪਾਵਨ ਫਰਮਾਨ ਹੈ, ਸਹਿਣਸ਼ੀਲ ਸੰਤੰ ਸਮ ਮਿਤਰਸ ਦੁਰਜਨ ਹੈ, ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਟਤੇ। ਸੰਤ ਦੀ ਜਿਹੜੀ ਦ੍ਰਿਸ਼ਟੀ ਹੈ, ਸੰਤ ਦੀ ਜਿਹੜੀ ਸੋਚ ਹੈ, ਉਹਦੇ ਵਿੱਚ ਸਹਿਨਸ਼ੀਲਤਾ ਹੈ, ਉਹਦੇ ਵਿੱਚ ਸਮਦਰਸ਼ੀ ਹੈ, ਸਮਦ੍ਰਿਸ਼ਟੇ ਹਨ। ਸਤਿਗੁਰੂ ਜੀ ਫਰਮਾਉਂਦੇ ਨੇ ਸਹਿਣਸ਼ੀਲ ਸੰਤੰ, ਸੰਤਾਂ ਦੇ ਹਿਰਦੇ ਵਿੱਚ ਸਹਿਨਸ਼ੀਲਤਾ ਹੁੰਦੀ ਹੈ, ਸਹਾਰਨ ਸ਼ਕਤੀ ਹੁੰਦੀ ਹੈ। ਸਾਮ ਮਿਤਰਸ ਦੁਰਜਨ ਹੈ, ਭਾਵੇਂ ਕੋਈ ਮਿੱਤਰ ਨੇ ਤੇ ਭਾਵੇਂ ਦੁਰਜਨ ਖੋਟੇ ਜਨ ਦੁਸ਼ਮਣ ਨੇ, ਸੰਤ ਦੀ ਨਿਗਾਹ ਵਿੱਚ ਉਹਨਾਂ ਦੀ ਇੱਕੋ ਜਿਹੀ ਸੋਚ ਹੈ, ਇੱਕੋ ਜਿਹੀ ਬਿਰਤੀ ਹੈ। ਨਾ ਸੱਜਣਾ ਦੇ ਨਾਲ ਮੋਹ ਹੈ ਤੇ ਨਾ ਦੁਸ਼ਮਣੀ ਕਰਨ ਵਾਲਿਆਂ ਦੇ ਨਾਲ ਈਰਖਾ ਹੈ, ਵੈਰ ਭਾਵਨਾ ਹੈ। ਤੇ ਹਜੂਰ ਫਰਮਾਉਂਦੇ ਨੇ ਕਿ ਇੱਕ ਪਾਸੇ ਤਾਂ ਨਾਨਕ ਭੋਜਨ ਅਨਕ ਪ੍ਰਕਾਰੇਣ, ਅਨੇਕ ਪ੍ਰਕਾਰ ਦੇ ਵਧੀਆ ਤੋਂ ਵਧੀਆ ਭੋਜਨ ਤਿਆਰ ਕਰਕੇ ਸ਼ਰਧਾਲੂ ਇੱਕ ਸੰਤ ਦੀ, ਮਹਾਂਪੁਰਖ ਦੀ ਉਡੀਕ ਪਏ ਕਰਦੇ ਨੇ ਕਿ ਕਦੋਂ ਮਹਾਤਮਾ ਜੀ ਬਾਹਰ ਆਉਣ, ਸਾਡੀ ਇਹ ਲੰਗਰ ਦੀ ਭੇਟਾ ਪ੍ਰਵਾਨ ਕਰਨ, ਪ੍ਰਸ਼ਾਦਾ ਛਕਣ, ਸਾਡਾ ਵੀ ਭਲਾ ਹੋਵੇ, ਸਾਡੀ ਸੇਵਾ ਥਾਂ ਪੈ ਜਾਵੇ, ਲੇਖੇ ਪੈ ਜਾਵੇ।
ਤੇ ਦੂਸਰੇ ਪਾਸੇ ਕਹਿੰਦੇ ਨੇ ਨਿੰਦਕ ਆਬਦ ਹੋਏ ਉਪਤਿਸ਼ਟ ਤੇ, ਜਿਹੜੇ ਨਿੰਦਕ ਜਨ ਨੇ ਨਾ ਉਹ ਸ਼ਸਤਰ ਪਕੜ ਕੇ ਖਲੋਤੇ ਨੇ, ਦੁਸ਼ਟ ਲੋਕ, ਨਿੰਦਾ ਕਰਨ ਵਾਲੇ, ਵਿਰੋਧ ਕਰਨ ਵਾਲੇ, ਕਿ ਸਾਧ ਨੂੰ ਛੱਡਣਾ ਨਹੀਂ, ਜਾਨੋਂ ਮਾਰ ਦੇਣਾ। ਸੰਤ ਦੀ ਨਜ਼ਰ ਦੋਹਾਂ ਤੇ ਇੱਕੋ ਜਿਹੀ ਹੈ। ਉਹ ਜਿਹੜਾ ਨੁਕਸਾਨ ਕਰਨ ਦੀ ਸੋਚ ਰਿਹਾ ਤੇ ਨਿੰਦਾ ਕਰ ਰਿਹਾ, ਬਦਨਾਮੀ ਕਰ ਰਿਹਾ ਹੈ, ਉਹਦੇ ਪ੍ਰਤੀ ਮਨ ਵਿੱਚ ਦੁਐਤ ਕੋਈ ਨਹੀਂ, ਦੁਜੈਗੀ ਕੋਈ ਨਹੀਂ, ਬਲਕਿ ਉਹਦਾ ਵੀ ਭਲਾ ਕਰਨ ਦੀ ਸੋਚਦੇ ਨੇ। ਇਹਨੂੰ ਵੀ ਸਮੱਤ ਆ ਜਾਵੇ, ਅਕਲ ਆ ਜਾਵੇ, ਇਹਦਾ ਵੀ ਭਲਾ ਹੋਵੇ। ਤੇ ਜਿਹੜੇ ਸੇਵਾ ਕਰਨ ਵਾਲੇ ਗੁਰਮੁਖ ਪਿਆਰੇ, ਉਹਨਾਂ ਨਾਲ ਮੋਹ ਕੋਈ ਨਹੀਂ। ਹਾਂ, ਉਹਨਾਂ ਦੀ ਸੇਵਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਲੇਖੇ ਲਾਉਂਦਾ ਹੈ। ਮੈਂ ਇਹ ਬੇਨਤੀ ਕਰਾਂ, ਆਪਾਂ ਸੇਵਕ ਭਾਵ ਧਾਰਨ ਕਰਨਾ। ਇਹ ਨਾ ਕਿਤੇ ਸੋਚ ਲਈਏ ਕਿ ਜਦੋਂ ਸੰਤ ਨੂੰ ਕੋਈ ਫਰਕ ਨਹੀਂ ਪੈਂਦਾ, ਸੰਤ ਦੀ ਨਿਗਾਹ ਵਿੱਚ ਕੋਈ ਕਿਸੇ ਪ੍ਰਕਾਰ ਦੁਜੈਗੀ ਹੈ ਹੀ ਨਹੀਂ, ਤਾਂ ਫਿਰ ਆਪਾਂ ਜਿਵੇਂ ਮਰਜ਼ੀ ਕਰਦੇ ਫਿਰੀਏ। ਨਹੀਂ ਸਾਧ ਸੰਗਤ ਜੀ, ਇਹ ਆਪਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਸੰਤ ਪਿਆਰੇ ਤਾਂ ਭਾਵੇਂ ਆਪਣੇ ਮਨ ਵਿੱਚ ਸੰਤ ਕਰੈ ਨਾ ਵੈਰ ਕਹੂੰ ਸੇ, ਵਰਤੈ ਸਭ ਵੈ ਚਿਤ ਕੈ ਅਤ ਹੀ। ਸਾਰਿਆਂ ਦੇ ਹਿੱਤ ਵਿੱਚ ਹੀ ਵਰਤਦੇ ਨੇ, ਪਰ ਸਾਡੀ ਜਿਹੜੀ ਇੱਕ ਸੰਤ ਪ੍ਰਤੀ, ਇੱਕ ਮਹਾਤਮਾ ਪ੍ਰਤੀ ਸੋਚ ਹੈ ਨਾ, ਉਸ ਚੰਗੀ ਮੰਦੀ ਸੋਚ ਦਾ ਫਲ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਜ਼ਰੂਰ ਬਰ ਜ਼ਰੂਰ ਦੇਣਾ ਹੈ। ਸੰਗਤ ਕਰਾਂਗੇ, ਉਸਤਤ ਕਰਾਂਗੇ, ਸਿਫਤ ਕਰਾਂਗੇ, ਵਡਿਆਈ ਕਰਾਂਗੇ, ਪ੍ਰਮਾਤਮਾ ਦੀ ਪ੍ਰਸੰਨਤਾ ਹੈ, ਖੁਸ਼ੀ ਹੈ। ਨਿੰਦਾ ਕਰਾਂਗੇ ਤਾਂ ਉਸ ਵਿੱਚ ਵਾਹਿਗੁਰੂ ਦੀ ਨਾਰਾਜ਼ਗੀ ਹੈ। ਬਸ ਬਚਨ ਇਹ ਚੇਤੇ ਰੱਖ ਲਈਏ ਕਿ ਸੰਤ ਸਰਣ ਜੋ ਜਨ ਪਰੈ, ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਅੱਜ ਨਿੰਦਾ ਦਾ ਬਹੁਤ ਜ਼ਿਆਦਾ ਇੱਕ ਰਿਵਾਜ ਜਿਹਾ ਚੱਲ ਪਿਆ ਹੈ। ਬਚੀਏ ਇਸ ਰਿਵਾਜ ਤੋਂ, ਮਹਾਂਪੁਰਖਾਂ ਦਾ ਸਤਿਕਾਰ ਆਪਣੇ ਮਨ ਵਿੱਚ ਰੱਖੀਏ। ਜਿਹੜੇ ਸਤਿਕਾਰ ਨਾਲ ਬੁਲਾ ਹੀ ਲੈਂਦੇ ਨੇ ਨਾ ਮਹਾਂਪੁਰਖਾਂ ਨੂੰ, ਜੀ ਕਹਿ ਕੇ ਬੁਲਾਉਂਦੇ ਨੇ, ਜੇ ਕੋ ਜੀਓ ਕਹੈ ਉਹਨਾਂ ਕਹੋ ਜਮ ਕੀ ਤਲਬ ਨਾ ਹੋਈ। ਜਿਹੜਾ ਜੀ ਕਹਿ ਕੇ ਬੁਲਾਵੇ ਕਿ ਸੰਤ ਜੀ, ਮਹਾਤਮਾ ਜੀ, ਗੁਰਮੁਖ ਪਿਆਰੇ ਜੀ, ਇਉਂ ਜਿਹੜਾ ਆਦਰ ਸਤਿਕਾਰ ਕਰੇ, ਉਹਦੇ ਵੀ ਨੇੜੇ ਜਮ ਨਹੀਂ ਆ ਸਕਦੇ। ਵਾਹਿਗੁਰੂ ਉਹਨਾਂ ਤੇ ਪ੍ਰਸੰਨਤਾ ਕਰਦਾ ਹੈ, ਬਖਸ਼ਿਸ਼ਾਂ ਕਰਦਾ ਹੈ। ਸੋ ਹਜ਼ੂਰ ਕਿਰਪਾ ਕਰਨ, ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਾਨੂੰ ਸੰਤਾਂ ਦੀ ਸੰਗਤ ਬਖਸ਼ਿਸ਼ ਕਰਨ। ਸੰਤਾਂ ਸੰਗਤ ਪਾਈਐ, ਜਿਤ ਜਮ ਕੈ ਪੰਥ ਨਾ ਜਾਈਐ। ਮਹਾਂਪੁਰਖਾਂ ਦੀ ਯਾਦ ਮਨਾਉਂਦਿਆਂ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਯਤਨ ਕਰੀਏ, ਤਾਂ ਕਿ ਸਾਡਾ ਇਹ ਜੀਵਨ ਲੇਖੇ ਵਿੱਚ ਲੱਗ ਸਕੇ ਤੇ ਔਰ ਸਫਲਾ ਹੋ ਸਕੇ। ਇੰਨੀਆਂ ਬੇਨਤੀਆਂ ਕਰਦਿਆਂ ਹੋਇਆਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੀ ਵੱਲੋਂ ਜ਼ਾਤੀ ਤੌਰ ਤੇ ਰਿਸੀਵਰ ਸਾਹਿਬ, ਨਾਇਬ ਤਹਿਸੀਲਦਾਰ ਸਰਦਾਰ ਸਿੱਧੂ ਸਾਹਿਬ, ਮਨਿੰਦਰ ਸਿੰਘ ਜੀ ਸਿੱਧੂ ਸਾਹਿਬ, ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਸਾਹਿਬ ਬਲਜੀਤ ਸਿੰਘ ਜੀ, ਹਰਪ੍ਰੀਤ ਸਿੰਘ ਜੀ, ਸਮੁੱਚੇ ਇੰਤਜ਼ਾਮੀਆ ਵੱਲੋਂ ਸਿੱਖ ਪੰਥ ਦੇ ਤੱਤਵੇਤਾ, ਉੱਘੇ ਵਿਦਵਾਨ, ਕਥਾਵਾਚਕ, ਖੋਜੀ, ਚਿੰਤਕ, ਬੁੱਧੀਜੀਵੀ, ਦਾਨਿਸ਼ਵਰ, ਜਿਨ੍ਹਾਂ ਨੂੰ ਆਪਾਂ ਅਕਸਰ ਸ਼੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਕਥਾ ਕਰਦੇ ਹਾਂ, ਦਰਸ਼ਨ ਵੀ ਕਰਦੇ ਹਾਂ, ਵਿਚਾਰ ਵੀ ਸਰਵਣ ਕਰਦੇ ਹਾਂ, ਉਹਨਾਂ ਨੂੰ ਅੱਜ ਸਰਮੁਖ ਦੇਖ ਕੇ ਮਨ ਪ੍ਰਸੰਨ ਵੀ ਹੋਇਆ। ਉਜਲ ਦੀਦਾਰ ਗੁਰਸਿੱਖ ਨੇ, ਔਰ ਜਿੰਨੇ ਵੀ ਬਚਨ ਕੀਤੇ, ਮੈਂ ਖਾਸ ਤੌਰ 'ਤੇ ਜਿਹੜੀ ਗੱਲ ਦੀ ਪ੍ਰੇਜ਼ ਕਰਨੀ ਚਾਹੁੰਦਾ ਹਾਂ ਕਿ ਬਹੁਤ ਲੋਕ ਪੁੱਛਦੇ ਜੀ ਇਤਿਹਾਸ ਕੀ ਹੈ। ਇੱਕ ਵਾਰੀ ਮੈਂ ਅਵਤਾਰ ਸਿੰਘ ਮੱਕੜ ਹੋਰਾਂ ਨੂੰ ਕਿਹਾ, ਪ੍ਰਧਾਨ ਸੀ ਉਦੋਂ ਸ਼੍ਰੋਮਣੀ ਕਮੇਟੀ ਦੇ, ਮੇਰੇ ਮਿੱਤਰ ਸੀ, ਮੈਂ ਕਿਹਾ ਉੱਥੇ ਜਾਣਾ ਹੈ, ਕਹਿੰਦੇ ਪਹਿਲਾਂ ਮੈਨੂੰ ਇਤਿਹਾਸ ਦੱਸੋ। ਤਾਂ ਜਿਹੜਾ ਇਤਿਹਾਸ ਭਾਈ ਸਾਹਿਬ ਜੀ ਨੇ, ਭਾਈ ਪਰਵਿੰਦਰਪਾਲ ਸਿੰਘ ਜੀ ਨੇ ਬੜੇ ਸੁਖੈਨ ਤੇ ਸਰਲ ਢੰਗ ਨਾਲ ਬਿਆਨ ਕੀਤਾ ਹੈ। ਇਤਿਹਾਸ ਦੱਸਿਆ ਬਾਬਾ ਹਰਨਾਮ ਸਿੰਘ ਜੀ ਦਾ, ਬਾਬਾ ਨਿਹਾਲ ਸਿੰਘ ਜੀ ਦਾ। ਇਹ ਮੈਂ ਸਮਝਦਾ ਇੱਕ ਬਹੁਤ ਵੱਡਾ ਕਾਰਜ ਉਹਨਾਂ ਨੇ ਕੀਤਾ ਹੈ। ਅੱਜ ਬਹੁਤ ਸਾਰੇ ਲੋਕਾਂ ਨੂੰ ਇਹਦਾ ਗਿਆਨ ਮਿਲਿਆ ਹੈ। ਦੂਸਰਾ, ਜੋ ਸੰਤ ਦੇ ਸੰਬੰਧ ਵਿੱਚ ਉਹਨਾਂ ਨੇ ਐਕਸਪੋਜੀਸ਼ਨ ਕੀਤੀ ਹੈ, ਵਿਆਖਿਆ ਕੀਤੀ ਹੈ, ਉਹ ਲਾਜਵਾਬ ਹੈ। ਉਹ ਆਪਣੇ ਆਪ ਵਿੱਚ ਇੱਕ ਨਿਚੋੜ ਹੈ। ਇੱਕ ਸਿੰਘ ਸਾਹਿਬ ਜੀ,
ਇੱਕ ਕਥਨ ਆਉਂਦਾ ਹੈ, ਇੱਕ ਸੰਤ ਹੁੰਦੇ ਸੀ ਦਰਿਏ ਵਾਲੇ ਨਿਰਮਲ ਸਿੰਘ। ਉਹ ਅਕਸਰ ਕਹਿੰਦੇ ਸੀ, ਸੰਤ ਨਾ ਹੋਤੇ ਜਗਤ ਮੈਂ ਜਲ ਮਰਤਾ ਸੰਸਾਰ। ਇਹ ਸੰਤ ਜਿਹੜੇ ਨੇ, ਜਿਨ੍ਹਾਂ ਦੀ ਵਿਆਖਿਆ ਕੀਤੀ ਹੈ ਭਾਈ ਸਾਹਿਬ ਨੇ, ਇਹਦਾ ਫਾਇਦਾ ਕੀ ਹੈ? ਆਦਮੀ ਬਾਹਰ ਮੁਖੀ ਰਹਿੰਦਾ ਹਮੇਸ਼ਾ, ਜਾਚਕ ਸਾਹਿਬ, ਬਾਹਰ ਮੁਖੀ, ਆਊਟਵਰਡ, ਇੰਟਰਨਲੀ ਨਹੀਂ ਝਾਕਦਾ। ਤੇ ਜਦੋਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਦੇ ਹਾਂ, ਕਿ ਗੁਰੂ ਸਾਹਿਬ ਨੇ ਉੱਥੇ ਐਂਡੋਰਸ ਕਰ ਦਿੱਤਾ, ਸੰਤ ਸੰਗ ਅੰਤਰ ਪ੍ਰਭ ਡੀਠਾ, ਫਿਰ ਕੀ ਹੋਇਆ ਜੀ? ਨਾਮ ਪ੍ਰਭੂ ਕਾ ਲਾਗਾ ਮੀਠਾ, ਮਿੱਠੇ ਹਰ ਗੁਣ ਗਾਓ ਜਿੰਦੂ, ਤੂੰ ਮਿੱਠੇ ਹਰ ਗੁਣ ਗਾਓ। ਫਿਰ ਹਰੀ ਦੇ ਗੁਣ ਮਿੱਠੇ ਲੱਗਦੇ ਨੇ, ਇਸ ਕਰਕੇ ਗਾਉਣ ਨੂੰ ਤੇ ਸੁਣਨ ਨੂੰ ਤੇ ਕਥਾ ਵਿਚਾਰਾਂ ਸਰਵਣ ਕਰਨ ਨੂੰ ਚਿੱਤ ਕਰਦਾ। ਹਾਂ, ਮੈਂ ਜਦੋਂ ਕੋਈ ਬਹੁਤ ਵੱਡਾ ਵਿਦਵਾਨ ਬੋਲ ਜਾਏ ਨਾ, ਉਹਦੀ ਕੁਛ ਨਾ ਕੁਛ ਤਾਂ ਕਹਿਣਾ ਹੀ ਪੈਂਦਾ ਹੈ। ਉਹ ਮੈਂ ਬਹੁਤ ਹੀ ਅਨਾਉਂਸਮੈਂਟ ਲੰਮੀ ਨਹੀਂ ਕਰਦਾ। ਹੁਣ ਸਾਡੇ ਕੋਲ ਭਾਈ ਸਾਹਿਬ ਦਾ ਮੈਂ ਧੰਨਵਾਦ ਕਰਦਾ ਹਾਂ, ਔਰ ਆਸ ਕਰਦਾ ਹਾਂ ਕਿ ਜਦੋਂ ਵੀ ਅਸੀਂ ਬੇਨਤੀ ਕਰੀਏ ਕਿ ਸਾਡੀ ਬੇਨਤੀ ਪ੍ਰਵਾਨ ਕਰਨਗੇ। ਹੁਣ ਸਾਡੇ ਸਤਿਕਾਰਯੋਗ, ਸਾਡੇ ਸ਼ਹਿਰ ਦੇ ਹੀ ਨਹੀਂ, ਪੰਜਾਬ ਦੇ ਉੱਘੇ ਕਥਾਵਾਚਕ, ਕਥਾ ਦੇ ਕ੍ਰਮ ਨੂੰ ਹੀ ਅੱਗੇ ਤੋਰਦੇ ਹੋਏ ਇਸੇ ਲੜੀ ਵਿੱਚ ਹੁਣ ਭਾਈ ਸਾਹਿਬ ਭਾਈ ਛਨਬੀਰ ਸਿੰਘ ਜੀ ਪ੍ਰੀਤਨਗਰ ਵਾਲੇ, ਉਹ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ। ਅੱਧੇ ਘੰਟੇ ਲਈ ਇਸੇ ਤਰ੍ਹਾਂ ਗੁਰਮਤਿ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰਨਗੇ। ਆਪ ਜੀ ਇੱਕ ਮਨ ਇੱਕ ਚਿੱਤ ਹੋ ਕੇ